Hello students, beta in this video we are going to discuss about our next device, that one is telescope. ਪਹਿਲਾਂ ਇਸ ਤੋਂ ਪ੍ਰੀਵੀਅਸ ਵੀਡੀਓ 'ਚ ਆਪਾਂ ਡਿਸਕਸ ਕੀਤੇ ਸੀ ਮਾਈਕਰੋਸਕੋਪਸ, ਦੋਨੇ ਮਾਈਕਰੋਸਕੋਪਸ ਡਿਸਕਸ ਕਰ ਲਏ ਸੀਗੇ, ਸਿੰਪਲ ਮਾਈਕਰੋਸਕੋਪ ਵੀ, ਕੰਪਾਊਂਡ ਮਾਈਕਰੋਸਕੋਪ ਵੀ. ਨਾਓ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ ਟੈਲੀਸਕੋਪਸ. ਓਕੇ, ਟੈਲੀਸਕੋਪ ਇੱਕ ਇਹੋ ਜਿਹੀ ਡਿਵਾਈਸ ਹੈ ਬੇਟਾ ਜਿਹੜੀ ਆਪਾਂ ਨੂੰ ਬਹੁਤ ਦੂਰ ਦੀਆਂ ਚੀਜ਼ਾਂ ਨੂੰ ਨੇੜੇ ਕਰਕੇ ਦਿਖਾਉਂਦੀ ਹੈ. ਮਾਈਕਰੋਸਕੋਪ ਤਾਂ ਟਾਈਨੀ ਓਬਜੈਕਟਸ ਨੂੰ ਵੱਡਾ ਕਰਕੇ ਦਿਖਾਉਂਦੇ ਸੀਗੇ, ਜਿਹੜੀਆਂ ਓਬਜੈਕਟਸ ਬਹੁਤ ਛੋਟੀਆਂ ਹੁੰਦੀਆਂ ਸੀ, ਨੇਕਡ ਆਈ ਨਾਲ ਦੇਖਣੀਆਂ ਮੁਸ਼ਕਿਲ ਸੀਗੀਆਂ, ਉਹਨਾਂ ਨੂੰ ਐਨਲਾਰਜ ਕਰਕੇ ਦਿਖਾਉਣ ਦਾ ਕੰਮ ਕੌਣ ਕਰਦੇ ਸੀ? ਮਾਈਕਰੋਸਕੋਪ, ਹੈ ਨਾ. ਟੈਲੀਸਕੋਪ ਮਤਲਬ ਟਾਈਨੀ ਓਬਜੈਕਟਸ ਨੂੰ ਵੱਡਾ ਕਰਕੇ ਨਹੀਂ ਦਿਖਾਉਂਦੇ, ਇਹ ਬਹੁਤ ਦੂਰ ਦੀਆਂ ਓਬਜੈਕਟਸ ਨੂੰ ਨੇੜੇ ਕਰਕੇ ਦਿਖਾਉਂਦੇ ਨੇ, ਹੈ ਨਾ. ਇਟ ਇਜ਼ ਅ ਡਿਵਾਈਸ with the help of which we can see those objects which are placed at large distances. ਲਾਰਜ ਡਿਸਟੈਂਸ 'ਤੇ ਪਈਆਂ ਹੋਣ ਕਾਰਨ ਸਾਨੂੰ ਓਬਜੈਕਟਸ ਕਲੀਅਰ ਨਹੀਂ ਦਿਖਦੀਆਂ ਹੁੰਦੀਆਂ ਜਾਂ ਨਹੀਂ ਦਿਖ ਰਹੀਆਂ ਹੁੰਦੀਆਂ, ਉਹਨਾਂ ਨੂੰ ਨੇੜੇ ਕਰਕੇ ਦਿਖਾਉਣ ਦਾ ਰੋਲ ਕੌਣ ਪਲੇ ਕਰਦੇ ਨੇ ਬੇਟਾ? ਟੈਲੀਸਕੋਪਸ. ਟੈਲੀਸਕੋਪਸ ਨਾ ਦੋ ਤਰ੍ਹਾਂ ਦੇ ਹੁੰਦੇ ਨੇ. ਇਟ ਇਜ਼ ਆਫ ਟੂ ਟਾਈਪਸ. ਇੱਕ ਤਾਂ ਹੁੰਦੇ ਨੇ ਰੀਫਰੈਕਟਿੰਗ ਟਾਈਪ ਟੈਲੀਸਕੋਪਸ, ਇੱਕ ਹੁੰਦੇ ਨੇ ਰਿਫਲੈਕਟਿੰਗ ਟਾਈਪ ਟੈਲੀਸਕੋਪਸ. ਇੱਕ 'ਚ ਰੀਫਰੈਕਟਿੰਗ ਟਾਈਪ, ਇੱਕ ਰਿਫਲੈਕਟਿੰਗ ਟਾਈਪ. ਕਲੀਅਰ? ਰੀਫਰੈਕਟਿੰਗ ਟਾਈਪ ਜਿਸ 'ਚ ਰੀਫਰੈਕਸ਼ਨ ਯੂਜ਼ ਹੁੰਦੀ ਹੈ. ਕਿਹੜਾ ਫਿਨੋਮੀਨਾ ਯੂਜ਼ ਹੁੰਦਾ? ਰੀਫਰੈਕਸ਼ਨ. ਮਤਲਬ ਇਹ ਜਿਹੜੇ ਟੈਲੀਸਕੋਪ ਹੈ ਇਹਨਾਂ 'ਚ ਲੈਂਸ ਯੂਜ਼ ਕਰਾਂਗੇ, ਵੀ ਯੂਜ਼ ਲੈਂਸ, ਹੈ ਨਾ. ਰਿਫਲੈਕਟਿੰਗ ਟਾਈਪ ਟੈਲੀਸਕੋਪ 'ਚ ਰਿਫਲੈਕਸ਼ਨ ਯੂਜ਼ ਹੋਏਗੀ. ਰਿਫਲੈਕਸ਼ਨ ਦੈਟ ਮੀਨਸ ਇਸ 'ਚ ਕੀ ਯੂਜ਼ ਹੁੰਦੇ ਨੇ? ਮਿਰਰਸ. ਠੀਕ ਹੈ. ਰੀਫਰੈਕਟਿੰਗ ਟਾਈਪ ਟੈਲੀਸਕੋਪਸ 'ਚ ਕੀ ਯੂਜ਼ ਹੁੰਦੇ ਨੇ ਬੇਟਾ? ਲੈਂਸ. ਐਂਡ ਰਿਫਲੈਕਟਿੰਗ ਟਾਈਪ ਟੈਲੀਸਕੋਪਸ 'ਚ ਕੀ ਯੂਜ਼ ਹੁੰਦੇ ਨੇ? ਮਿਰਰਸ. ਠੀਕ ਹੈ. ਫਰਦਰ ਟੈਲੀਸਕੋਪਸ ਟੂ ਟਾਈਪਸ ਦੇ ਹੁੰਦੇ ਨੇ. ਇੱਕ ਤਾਂ ਟੈਲੀਸਕੋਪਸ ਹੁੰਦੇ ਨੇ ਐਸਟਰੋਨੋਮੀਕਲ ਟੈਲੀਸਕੋਪ. ਐਸਟਰੋਨੋਮੀਕਲ telescopes, है ना. These are used for astronomy. Astronomy मतलब to see stars, planets, meteors, meteorites, asteroids, है ना. मतलब प्लैनेट्स देखने ने, स्टार्स देखने ने, मैट्योर्स देखने ने, मैट्योराइट्स देखने ने, एस्ट्रॉइड्स देखने ने, है ना. उस वास्ते असी यूज़ करते हैं एस्ट्रोनोमिकल टैलीस्कोप. एस्ट्रोनोमिकल टैलीस्कोप की प्रॉब्लम है भी ये इन्वर्टिड इमेज बनाते हैं. दीज फॉर्म्स इन्वर्टिड इमेज. तो बेटा स्टार्स का की पुट्ठा की सीधा, प्लैनेट्स का की पुट्ठा की सीधा, एस्ट्रॉइड्स मैट्योर्स का की पुट्ठा तो की सीधा पासा, है ना. अगर ਆਪਾਂ ਨੂੰ ਪਲੈਨਟਸ ਪੁੱਠੇ ਵੀ ਨਜ਼ਰ ਆਉਣਗੇ, ਸਟਾਰਸ ਪੁੱਠੇ ਵੀ ਨਜ਼ਰ ਆਉਣਗੇ, ਮੈਟੋਆਇਡਸ ਐਸਟਰੋਇਡਸ ਪੁੱਠੇ ਵੀ ਨਜ਼ਰ ਆਉਣਗੇ, ਤਾਂ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ, ਕਿਉਂਕਿ ਉਹਨਾਂ ਦਾ ਸਿੱਧਾ ਪਾਸਾ ਹੀ ਨਹੀਂ ਪਤਾ ਸਾਨੂੰ, ਹੈ ਨਾ. ਐਸਟਰੋਨੋਮੀਕਲ ਟੈਲੀਸਕੋਪ ਇਨਵਰਟਿਡ ਇਮੇਜ ਬਣਾਉਂਦੇ ਨੇ, ਹੈ ਨਾ. ਹੁਣ ਜੇ ਆਪਾਂ ਐਸਟਰੋਨੋਮੀਕਲ ਟੈਲੀਸਕੋਪ ਨੂੰ ਅਰਥ ਦੇ ਉੱਪਰ ਯੂਜ਼ ਕਰਾਂਗੇ ਟੂ ਸੀ ਅਨਦਰ ਓਬਜੈਕਟ ਔਨ ਅਰਥ, ਅਰਥ 'ਤੇ ਹੀ ਰੱਖ ਕੇ ਅਰਥ ਦੇ ਉੱਪਰ ਹੀ ਕੋਈ ਦੂਸਰੀ ਓਬਜੈਕਟ ਦੇਖਣੀ ਹੈ, ਲਾਈਕ ਆਪਾਂ ਨੇ ਬਹੁਤ ਦੂਰੋਂ ਤਾਜ ਮਹਿਲ ਦੇਖਣਾ ਹੈ, ਕੁਤਬ ਮੀਨਾਰ ਦੇਖਣਾ ਹੈ, ਜੇ ਅਸੀਂ ਐਸਟਰੋਨੋਮੀਕਲ ਟੈਲੀਸਕੋਪ ਯੂਜ਼ ਕਰਾਂਗੇ ਉਹ ਇਨਵਰਟਿਡ ਇਮੇਜ ਬਣਾਏਗਾ. ਇਨਵਰਟਿਡ ਇਮੇਜ ਬਣਾਏਗਾ, ਪੁੱਠੇ ਨਜ਼ਰ ਆਉਣਗੇ, ਸਾਨੂੰ ਅਜੀਬ ਲੱਗੇਗਾ, ਤਾਜ ਮਹਿਲ ਪੁੱਠਾ ਦੇਖਣਾ ਅਜੀਬ ਲੱਗੇਗਾ, ਹੈ ਨਾ. ਉਸ ਵਾਸਤੇ ਵੀ ਆਰ ਯੂਜ਼ਿੰਗ ਟੈਰੀਸਟਰੀਅਲ ਟੈਲੀਸਕੋਪ. terrestrial telescope. These forms erect image. समझ गए? एस्ट्रोनोमिकल टैलीस्कोप यूज किए होंगे ने
हाँ फॉर एस्ट्रोनॉमी एंड टेरिस्टेरियल टेलीस्कोप यूज किए जाते हैं टू सी ऑब्जेक्ट फ्रॉम वन प्लेस टू अनदर प्लेस ऑन अर्थ है ना. दीज आर यूज टू सी ऑब्जेक्ट्स फ्रॉम वन प्लेस टू अनदर ऑन अर्थ. अर्थ ਦੇ ਉੱਪਰ ਹੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇਖਣਾ ਹੈ, ਉਹਨੂੰ ਅਸੀਂ ਟੈਰੀਸਟੋਰੀਅਲ ਟੈਲੀਸਕੋਪ ਯੂਜ਼ ਕਰਦੇ ਹਾਂ. ਲਾਈਕ ਬਾਈਨੋਕਿਊਲਰਸ ਹੈ ਨਾ, ਜਿਵੇਂ ਆਪਣੀਆਂ ਦੂਰਬੀਨ ਹੁੰਦੀਆਂ ਨੇ ਬਾਈਨੋਕਿਊਲਰਸ, ਇਹ ਟੈਰੀਸਟੋਰੀਅਲ ਟੈਲੀਸਕੋਪਸ ਹੁੰਦੇ ਨੇ. ਬਾਈਨੋਕਿਊਲਰ ਦੂਰਬੀਨ ਤਾਂ ਤੁਸੀਂ ਦੇਖੀ ਹੋਈ ਹੈ ਨਾ ਬੇਟਾ, ਹੈ ਨਾ, ਦੇਖੀ ਹੈ ਨਾ, ਉਸ 'ਚ ਆਪਾਂ ਨੂੰ ਸਿੱਧੀ ਹੀ ਇਮੇਜ ਨਜ਼ਰ ਆਉਂਦੀ ਹੈ, ਪੁੱਠੀ ਨਹੀਂ ਨਜ਼ਰ ਆਉਂਦੀ. ਇੱਕ ਜਗ੍ਹਾ ਤੋਂ ਦੂਰ ਆਪਾਂ ਦੇਖ ਸਕਦੇ ਹਾਂ, ਸਿੱਧੀ ਇਮੇਜ ਨਜ਼ਰ ਆਉਂਦੀ ਹੈ, ਤਾਂ ਉਹ ਟੈਰੀਸਟੋਰੀਅਲ ਟੈਲੀਸਕੋਪ ਹੋ ਗਏ. ਕਲੀਅਰ. ਤਾਂ ਹੁਣ ਤੱਕ ਤੁਸੀਂ ਟੈਲੀਸਕੋਪ ਬਾਰੇ ਕੀ ਪੜ੍ਹਿਆ ਬੇਟਾ? ਟੈਲੀਸਕੋਪ ਇੱਕ ਇਹੋ ਜਿਹੀ ਡਿਵਾਈਸ ਹੈ ਜਿਸ ਦੀ ਹੈਲਪ ਦੇ ਨਾਲ ਅਸੀਂ ਇਹੋ ਜਿਹੇ ਓਬਜੈਕਟਸ ਦੇਖ ਸਕਦੇ ਹਾਂ ਜਿਹੜੇ ਬਹੁਤ ਲਾਰਜ ਡਿਸਟੈਂਸ 'ਤੇ ਪਏ ਹੋਣ ਕਰਕੇ ਸਾਨੂੰ ਨਹੀਂ ਦਿਖਾਈ ਦਿੰਦੇ, ਹੈ ਨਾ. ਉਹ ਲਾਰਜ ਡਿਸਟੈਂਸ 'ਤੇ ਪਏ ਹੋਏ ਓਬਜੈਕਟਸ ਨੂੰ ਨੇੜੇ ਕਰਕੇ ਦਿਖਾਉਣ ਦਾ ਕੰਮ ਕੌਣ ਪਲੇ ਕਰਦਾ? ਟੈਲੀਸਕੋਪ. ਕਿੰਨੇ ਟਾਈਪਸ ਦੇ ਹੁੰਦੇ ਨੇ? 2 ਟਾਈਪਸ. ਜਿਨ੍ਹਾਂ 'ਚ ਲੈਂਸ ਯੂਜ਼ ਹੁੰਦੇ ਨੇ ਉਹ ਰੀਫਰੈਕਟਿੰਗ ਟਾਈਪ, ਜਿਨ੍ਹਾਂ 'ਚ ਮਿਰਰ ਯੂਜ਼ ਹੁੰਦੇ ਨੇ ਉਹ ਰਿਫਲੈਕਟਿੰਗ ਟਾਈਪ. ਐਸਟਰੋਨੋਮਿਕਲ ਟੈਲੀਸਕੋਪ ਇਜ਼ ਯੂਜ਼ ਟੂ ਸੀ ਦਾ stars, planets, and terrestrial telescope is used to see the objects which are placed on one place from another place, like binoculars. Clear beta? Okay. ਤਾਂ ਟੈਲੀਸਕੋਪ ਕਿਸ ਚੀਜ਼ ਦਾ ਬਣਿਆ ਹੁੰਦਾ ਹੈ? ਟੈਲੀਸਕੋਪ ਦੇ ਵਿੱਚ ਵੀ 2 ਲੈਂਸ ਹੁੰਦੇ ਨੇ, ਠੀਕ ਹੈ. ਦੋਨੇ ਹੀ ਲੈਂਸ ਅਸੀਂ ਯੂਜ਼ ਕਰਦੇ ਹਾਂ ਕਨਵੈਕਸ. ਉਵੇਂ ਹੀ ਨਾਮ ਰੱਖਾਂਗੇ ਜਿਵੇਂ ਕੰਪਾਊਂਡ ਮਾਈਕਰੋਸਕੋਪ 'ਚ ਸੀਗੇ ਬੇਟਾ. ਜਿਹੜਾ ਓਬਜੈਕਟ ਵਾਲੀ ਸਾਈਡ ਹੈ ਉਸ ਨੂੰ ਅਸੀਂ ਬੋਲਦੇ ਹਾਂ ਓਬਜੈਕਟਿਵ ਲੈਂਸ. ਜਿਹੜਾ ਆਈ ਵਾਲੀ ਸਾਈਡ ਦੈਟ ਇਜ਼ ਨੋਨ ਐਜ਼ ਆਈ ਪੀਸ. ਬਸ ਇਸ ਦੇ ਵਿੱਚ ਇੰਨਾ ਕੁ ਹੈ, ਓਬਜੈਕਟਿਵ ਦੀ ਫੋਕਲ ਲੈਂਥ ਜ਼ਿਆਦਾ ਹੁੰਦੀ ਹੈ ਆਈ ਪੀਸ ਨਾਲੋਂ. ਓਬਜੈਕਟਿਵ ਦਾ ਸਾਈਜ਼ ਵੀ ਜ਼ਿਆਦਾ ਹੁੰਦਾ ਹੈ ਆਈ ਪੀਸ ਨਾਲੋਂ. ਸਾਈਜ਼ ਅਸੀਂ ਬੋਲ ਦਿੰਦੇ ਹਾਂ ਅਪਰਚਰ ਨੂੰ. ਸਾਈਜ਼ ਮੀਨਸ ਅਪਰਚਰ. ਮੈਂ ਤੁਹਾਨੂੰ ਦੱਸਿਆ ਹੋਇਆ ਬੇਟਾ ਪਹਿਲਾਂ ਸਾਰਾ ਕੁਝ. ਕੰਪਾਊਂਡ ਮਾਈਕਰੋਸਕੋਪ 'ਚ ਉਲਟ ਸੀਗਾ, ਉਸ 'ਚ ਓਬਜੈਕਟਿਵ ਛੋਟਾ ਹੁੰਦਾ ਸੀ, ਉਹਦੀ ਫੋਕਲ ਲੈਂਥ ਵੀ ਸਮੋਲ ਹੁੰਦੀ ਸੀ. ਇਸ 'ਚ ਓਬਜੈਕਟਿਵ ਵੱਡਾ, ਇਹਦੀ ਫੋਕਲ ਲੈਂਥ ਵੀ ਲਾਰਜ ਹੈ ਨਾ. ਬਾਕੀ ਇਹ ਵਾਲੇ 2 ਲੈਂਸ ਵੀ ਸੈਪਰੇਟ ਟਿਊਬਸ 'ਤੇ ਚੜਾਏ ਜਾਂਦੇ ਨੇ. ਦੋਨੇ ਟਿਊਬਸ ਇੱਕ ਦੂਜੇ 'ਚ ਇਨਸਰਟ ਕਰ ਦਿੱਤੇ ਜਾਂਦੇ ਨੇ ਤਾਂ ਜੋ ਅਸੀਂ ਦੋਨਾਂ ਦੇ ਵਿੱਚ ਆਪਸ 'ਚ ਡਿਸਟੈਂਸ ਕੀ ਕਰ ਸਕੀਏ? ਚੇਂਜ. ਸਾਰਾ ਕੁਛ ਕੰਸੈਪਟ ਉਹੀ ਹੈ, ਬਸ ਇੰਨਾ ਕੁ ਫਰਕ ਹੈ ਵੀ ਓਬਜੈਕਟਿਵ ਦੀ ਫੋਕਲ ਲੈਂਥ ਜ਼ਿਆਦਾ ਹੁੰਦੀ ਹੈ ਆਈ ਪੀਸ ਨਾਲੋਂ, ਓਬਜੈਕਟਿਵ ਦਾ ਸਾਈਜ਼ ਵੀ ਜ਼ਿਆਦਾ ਹੁੰਦਾ ਆਈ ਪੀਸ ਨਾਲੋਂ. ਕਲੀਅਰ ਬੇਟਾ? ਸਮਝ ਆ ਗਿਆ? ਕੋਈ ਕਨਫਿਊਜ਼ਨ? ਅੱਛਾ, ਕੰਸੈਪਟ ਇਹਦਾ ਉਹੀ ਹੈ, ਮਤਲਬ ਇਹਦਾ ਪ੍ਰਿੰਸੀਪਲ ਉਹੀ ਹੈ ਜੋ ਕੰਪਾਊਂਡ ਮਾਈਕਰੋਸਕੋਪ ਦਾ ਸੀਗਾ, ਵੀ ਆਪਾਂ ਜਿਹੜੀ ਓਬਜੈਕਟ ਹੈ ਉਹ ਇਹਦੇ ਫੋਕਸ ਤੋਂ ਬਾਹਰ ਰੱਖਾਂਗੇ. ਦੂਰ ਨਾਲੇ ਓਬਜੈਕਟ ਤਾਂ ਬਹੁਤ ਦੂਰ ਹੋਏਗੀ, ਕਾਫੀ ਦੂਰ. ਕਿੱਥੇ ਹੋਏਗੀ? ਇਨਫਿਨਿਟੀ 'ਤੇ ਜਾਂ ਐਟ ਲਾਰਜ ਡਿਸਟੈਂਸ 'ਤੇ ਹੋਏਗੀ ਜਾਂ ਇਨਫਿਨਿਟੀ 'ਤੇ ਹੋਏਗੀ. ਇਨਫਿਨਿਟੀ 'ਤੇ ਹੈ ਤਾਂ ਫਿਰ ਬੇਟਾ ਉਸ ਤੋਂ ਪੈਰਲਲ ਰੇਜ਼ ਆਉਣਗੀਆਂ. ਕਿਹੜੀਆਂ ਰੇਜ਼ ਆਉਣਗੀਆਂ? ਪੈਰਲਲ ਰੇਜ਼. ਇਹਦਾ ਪ੍ਰਿੰਸੀਪਲ ਸਮਝ ਲਓ. ਓਬਜੈਕਟ ਲਾਈਜ਼ ਐਟ ਇਨਫਿਨਿਟੀ. ਜਦੋਂ ਓਬਜੈਕਟ ਇਨਫਿਨਿਟੀ 'ਤੇ ਲਾਈ ਕਰੇ ਤਾਂ ਬੇਟਾ ਉਸ ਤੋਂ ਕਿਹੜੀਆਂ ਰੇਜ਼ ਆਉਂਦੀਆਂ ਹੁੰਦੀਆਂ ਨੇ? ਪੈਰਲਲ ਰੇਜ਼. ਪੈਰਲਲ ਰੇਜ਼ ਆਉਣਗੀਆਂ, ਕਿੱਥੇ ਮੀਟ ਕਰਨਗੀਆਂ ਬੇਟਾ? ਇਹਦੇ ਫੋਕਸ 'ਤੇ ਇਮੇਜ ਬਣੇਗੀ. ਓਬਜੈਕਟ ਲਾਈਜ਼ ਐਟ ਇਨਫਿਨਿਟੀ ਤਾਂ ਉਸ ਤੋਂ ਕਿਹੜੀਆਂ ਰੇਜ਼ ਆਉਣਗੀਆਂ? ਪੈਰਲਲ ਰੇਜ਼. ਕਿੱਥੇ ਮੀਟ ਕਰਨਗੀਆਂ ਬੇਟਾ? ਓਬਜੈਕਟਿਵ ਲੈਂਸ ਦੇ ਫੋਕਸ 'ਤੇ. ਉੱਥੇ ਕੀ ਬਣੇਗੀ? ਇਮੇਜ. ਇਹ ਇਮੇਜ ਆਈ ਪੀਸ ਵਾਸਤੇ ਕਿਸ ਦਾ ਰੋਲ ਪਲੇ ਕਰੇਗੀ? ਓਬਜੈਕਟ ਦਾ. ਅਤੇ ਆਈ ਪੀਸ ਦੇ ਫੋਕਸ ਦੇ ਵਿੱਚ ਲਾਈ ਕਰੇਗੀ. ਆਈ ਪੀਸ ਬਿਹੇਵਸ ਲਾਈਕ ਸਿੰਪਲ ਮਾਈਕਰੋਸਕੋਪ. ਉਹ ਇਹਨੂੰ ਫਰਦਰ ਮੈਗਨੀਫਾਈ ਕਰ ਦੇਗਾ. ਸਮਝ ਗਏ ਪ੍ਰਿੰਸੀਪਲ? ਓਬਜੈਕਟ ਲਾਰਜ ਡਿਸਟੈਂਸ 'ਤੇ ਹੈ, ਇਨਫਿਨਿਟੀ 'ਤੇ ਹੈ, ਇਸ ਕਰਕੇ ਉਸ ਤੋਂ ਕਿਹੜੀਆਂ ਰੇਜ਼ ਆਉਣਗੀਆਂ? ਪੈਰਲਲ ਰੇਜ਼. ਕਿੱਥੇ ਮੀਟ ਕਰਨਗੀਆਂ? ਫੋਕਸ 'ਤੇ ਇਮੇਜ ਬਣੇਗੀ. ਬਿਕੋਜ਼ ਓਬਜੈਕਟ ਲਾਈਜ਼ ਐਟ ਇਨਫਿਨਿਟੀ ਸੋ ਇਮੇਜ ਫੋਰਮਡ ਇਜ਼ ਐਟ ਫੋਕਸ ਆਫ ਦਾ ਓਬਜੈਕਟਿਵ ਲੈਂਸ. ਓਬਜੈਕਟਿਵ ਲੈਂਸ ਦੇ ਫੋਕਸ 'ਤੇ ਇਮੇਜ ਬਣੇਗੀ. ਇਹ ਇਮੇਜ ਆਈ ਪੀਸ ਵਾਸਤੇ ਕਿਸ ਦਾ ਰੋਲ ਪਲੇ ਕਰੇਗੀ ਬੇਟਾ?
ਆਈਪੀਸ ਵਾਸਤੇ ਕਿਸ ਦਾ ਰੋਲ ਪਲੇ ਕਰੇਗੀ? ਆਬਜੈਕਟ ਦਾ। ਆਈਪੀਸ ਦੇ ਫੋਕਸ ਦੇ ਅੰਦਰ ਅੰਦਰ ਲਾਈ ਕਰੇਗੀ, ਆਈਪੀਸ ਦੇ ਫੋਕਸ ਦੇ ਅੰਦਰ ਅੰਦਰ, ਹੈ ਨਾ। ਆਈਪੀਸ ਸਿੰਪਲ ਮਾਈਕਰੋਸਕੋਪ ਦੀ ਤਰ੍ਹਾਂ ਬਿਹੇਵ ਕਰਦਾ ਹੋਇਆ ਇਹਨੂੰ ਮੈਗਨੀਫਾਈ ਕਰ ਦੇਗਾ। ਦੈਟ ਇਜ਼ ਇਟਸ ਪ੍ਰਿੰਸੀਪਲ। ਕਲੀਅਰ ਬੇਟਾ? ਕੋਈ ਕਨਫਿਊਜ਼ਨ? ਸਮਝ ਆ ਗਈ? ਹੁਣ ਮੈਂ ਤੁਹਾਨੂੰ ਇਹਦੀ ਰੇ ਡਾਇਗਰਾਮ ਬਣਾਉਣਾ ਹੈ। ਰੇ ਡਾਇਗਰਾਮ ਆਪਣੀ ਮਰਜ਼ੀ ਨਾਲ ਨਹੀਂ ਬਣਾਉਣੀ ਤੁਸੀਂ, ਮੈਂ ਤੁਹਾਨੂੰ ਟੈਕਨੀਕ ਦੱਸਦਾ। ਟੈਕਨੀਕ ਦੇ ਅਕੋਰਡਿੰਗ ਚੱਲੋਗੇ, ਰੇ ਡਾਇਗਰਾਮ ਗਲਤ ਨਹੀਂ ਹੋਏਗੀ, ਨਾਲੇ ਆਸਾਨੀ ਨਾਲ ਬਣ ਜਾਏਗੀ। ਰੇ ਡਾਇਗਰਾਮ ਇਸ ਦੇ ਵਿੱਚ ਵੀ ਦੋਨੇ ਲੈਂਸ ਇਕੱਠੇ ਨਹੀਂ ਬਣਾਉਣੇ, ਪਹਿਲਾਂ ਆਬਜੈਕਟਿਵ ਲੈਂਸ ਬਣਾਓਗੇ। ਵੱਡਾ ਬਣਾ ਲਈ। ऑब्जेक्टिव लेंस, ऑप्टिकल सेंटर। ऑब्जेक्टिव लेंस की फोकल लेंथ एफ नोट, लेंस कन्वैक्स है, फोकल लेंथ पॉजिटिव, फोकस ठीक है। वो फोकस वड्डा लेना बेटा, दोनों पासे इक्वल डिस्टेंस ते लिया करो, इक्वल डिस्टेंस ते फिर डायग्राम सही बनती होंगी। फोकस ਇਹਦਾ ਵੱਡਾ ਹੈ, ਆਬਜੈਕਟਿਵ ਦਾ ਵੱਡਾ ਫੋਕਸ ਲੈਣਾ, ਦੂਰ ਲੈਣਾ ਮਤਲਬ, ਹੈ ਨਾ। ਤਾਂ ਬੇਟਾ ਇੱਧਰੋਂ ਨਹੀਂ ਡਾਇਗਰਾਮ ਬਣਾਉਣੀ ਸ਼ੁਰੂ ਕਰਾਂਗੇ, ਡਾਇਗਰਾਮ ਇੱਧਰੋਂ ਬਣਾਉਣੀ ਸ਼ੁਰੂ ਕਰੋ। ਆਪਾਂ ਨੂੰ ਪਤਾ ਵੀ ਆਬਜੈਕਟ ਕਿੱਥੇ ਹੈ? ਇਨਫਿਨਿਟੀ 'ਤੇ ਹੈ। ਆਬਜੈਕਟ ਲਾਈਜ਼ ਐਟ ਇਨਫਿਨਿਟੀ, ਤਾਂ ਉਹਦੀ ਇਮੇਜ ਕਿੱਥੇ ਬਣੇਗੀ? ਫੋਕਸ 'ਤੇ ਬਣੇਗੀ। ਤਾਂ ਤੁਸੀਂ ਇਮੇਜ ਬਣਾ ਲਓ ਪਹਿਲਾਂ। ਐਟ ਫਸਟ ਡਰਾ ਦਾ ਇਮੇਜ। बन गई इमेज। इत्थों डायग्राम बनानी शुरू करो। एक रे जिहड़ी प्रिंसीपल एक्सिस दे पैरेलल होवे, ये किस चों पास आउट करदी हुंदी है बेटा? फोकस चों। ये रे एवें एवें चली जाएगी, ये एवें बनाओगे डायग्राम। ये तुसीं एवें बोलोगे भी जिहड़ी रे पहला फोकस चों आ रही है वो बाद चों प्रिंसीपल एक्सिस दे की होगी? पैरेलल। जिवें आपां ये नहीं कहते हुंदे भी जिहड़ी रे प्रिंसीपल एक्सिस दे पैरेलल आ रही होवे, ਜਿਹੜੀ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆ ਰਹੀ ਹੋਵੇ ਉਹ ਕਿਸ ਚੋਂ ਪਾਸ ਆਊਟ ਹੁੰਦੀ ਹੈ? ਫੋਕਸ ਚੋਂ। ਤਾਂ ਬੇਟਾ ਜਿਹੜੀ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਹੈ, ਅਗਰ ਉਹ ਫੋਕਸ ਚੋਂ ਪਾਸ ਆਊਟ ਹੋ ਰਹੀ ਹੈ, ਤਾਂ ਜਿਹੜੀ ਰੇ ਫੋਕਸ ਚੋਂ ਆ ਰਹੀ ਹੋਏਗੀ ਉਹ ਬਾਅਦ ਚੋਂ ਪ੍ਰਿੰਸੀਪਲ ਐਕਸਿਸ ਦੇ ਕੀ ਹੋ ਜਾਂਦੀ ਹੁੰਦੀ ਹੈ? ਪੈਰਲਲ। ਆਪਾਂ ਨੇ ਰੇ ਚੇਂਜ ਕੀਤੀ ਹੈ। ਆਪਾਂ ਜਿਹੜੀ ਰੇ ਹਰ ਵਾਰ ਯੂਜ਼ ਕਰਦੇ ਹੁੰਦੇ ਆ ਉਹ ਨਹੀਂ ਲਿੱਤੀ, ਆਪਾਂ ਹਰ ਵਾਰ ਇਹ ਵਾਲੀ ਰੇ ਯੂਜ਼ ਕਰਦੇ ਹੁੰਦੇ ਆ ਵੀ ਜਿਹੜੀ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਹੈ ਉਸ ਨੂੰ ਅਸੀਂ ਕਿਸ ਚੋਂ ਪਾਸ ਆਊਟ ਕਰਵਾਉਂਦੇ ਹੁੰਦੇ ਆ? ਫੋਕਸ ਚੋਂ, है ना। ਆਪਾਂ ਨੇ ਰੇ ਹੀ ਚੇਂਜ ਕਰਤੀ, ਆਪਾਂ ਨੇ ਆਹ ਵਾਲੀ ਰੇ ਯੂਜ਼ ਕਰ ਲਈ ਵੀ ਜਿਹੜੀ ਰੇ ਪਹਿਲਾਂ ਫੋਕਸ 'ਚੋਂ ਆ ਰਹੀ ਹੈ, ਜਿਹੜੀ ਰੇ ਪਹਿਲਾਂ ਫੋਕਸ 'ਚੋਂ ਆ ਰਹੀ ਹੈ ਉਹ ਬਾਅਦ 'ਚੋਂ ਪ੍ਰਿੰਸੀਪਲ ਐਕਸਿਸ ਦੇ ਕੀ ਹੋਏਗੀ? ਪੈਰਲਲ। ਕਲੀਅਰ? ਦੂਸਰੀ ਤਾਂ ਆਹੀ ਯੂਜ਼ ਕਰ ਲਓ ਬੇਟਾ ਵੀ ਜਿਹੜੀ ਆਪਟੀਕਲ ਸੈਂਟਰ 'ਚੋਂ ਜਾ ਰਹੀ ਹੈ ਦੈਟ ਗੋਜ਼ ਅਨਡੇਵੀਏਟਿਡ, ਅਨਡੇਵੀਏਟਿਡ। ਤਾਂ ਦੋਨੇ ਰੇਜ਼ ਦੇਖੋ ਬਣ ਗਈਆਂ ਪੈਰਲਲ ਰੇਜ਼, ਆਹ ਵਾਲੀਆਂ। ਇਹ ਦੇਖੋ ਦੋਨੇ ਰੇਜ਼ ਪੈਰਲਲ ਬਣ ਗਈਆਂ, है ना। तो आप कहेंगे बिकॉज ऑब्जेक्ट इज एट इनफिनिटी, ऑब्जेक्ट इनफिनिटी ते इस करके उस तो पैरलल रेज आ रही ने ते मीट कित्थे कर गई? फोकस ते, फोकस ते इमेज बन गई। ऑब्जेक्ट लाइज एट इनफिनिटी, इमेज इज फॉर्मड एट द फोकस। कंसैप्ट क्लीयर कि नहीं क्लीयर? क्लीयर बेटा? जो ऑब्जेक्ट इनफिनिटी ते होवे तां इमेज फोकस ते बनती हुंदी है, है ना। एवें बनानी है इमेज। पहला इमेज बना लो, उस तो एक रे प्रिंसीपल एक्सिस के पैरलल रख के उन्होंने फोकस चो पास आउट करा दो, दूसरी रे ऑप्टिकल सेंटर चो पास आउट, अपने आप पैरलल बन जाएंगे, है ना। तो आप कहेंगे भी ऑब्जेक्ट प्रिंसीपल के अकॉर्डिंग चलना बेटा, अकॉर्डिंग टू प्रिंसीपल। ऑब्जेक्ट लाइज एट लार्ज डिस्टेंस एट इनफिनिटी, उस तो किहड़ियां रेज आउणगियां? पैरलल। पैरलल रेज कित्थे मीट करनी है? फोकस ते, फोकस ते की बन जाएगी? इमेज। दिस इमेज वर्क्स लाइक ऑब्जेक्ट फॉर आई पीस। ये आई पीस, हुण आई पीस बनाओ, आई पीस छोटा बनाओ बेटा, ऑब्जेक्टिव नालों छोटा ते नेड़ी बना दो। दिस इज आई पीस की फोकल लेंथ एफ ई, ऑप्टिकल सेंटर C2, फोकस जिन्ना कदर लोगे उन्ना की इधर ले लो। ऑब्जेक्टिव दे फोकस लानो छोटा रखना है, ऑब्जेक्टिव की फोकल लेंथ लार्ज रखनी है, आई पीस की फोकल लेंथ समॉल रखनी है। तो इस तरीके नाल रखनी है भी जिहड़ा ये इमेज बनया है ये आई पीस के फोकस के विच लाई करे।
दिस इमेज प्रिंसिपल याद है ना, प्रिंसिपल ए सीगा इमेज फॉर्म्ड बाय ऑब्जेक्टिव लेंस, इमेज फॉर्म्ड बाय ऑब्जेक्टिव लेंस बिहेव्स लाइक ऑब्जेक्ट फॉर आईपीस एंड लाइज विद इन इट्स फोकस, ਇਹਦੇ ਫੋਕਸ ਦੇ ਵਿੱਚ ਲਾਈ ਕਰੇਗੀ ਹੈ ਨਾ। ਆਈਪੀਸ ਬਿਹੇਵਸ ਲਾਈਕ ਸਿੰਪਲ ਮਾਈਕਰੋਸਕੋਪ, ਇਹ ਸਿੰਪਲ ਮਾਈਕਰੋਸਕੋਪ ਦੀ ਤਰ੍ਹਾਂ ਬਿਹੇਵ ਕਰਕੇ ਇਹਨੂੰ ਮੈਗਨੀਫਾਈ ਕਰੇਗਾ। ਆਈਪੀਸ ਹੁਣ ਇਮੇਜ ਬਣਾਏਗਾ ਇਹਦੀ, ਇੱਥੋਂ ਇੱਕ ਰੇ ਲਓ ਪ੍ਰਿੰਸੀਪਲ ਐਕਸਿਸ ਦੇ ਪੈਰਲਲ, ਇਹ ਕਿਸ ਚੋਂ ਪਾਸ ਆਊਟ ਹੋਏਗੀ ਬੇਟਾ, ਫੋਕਸ ਚੋਂ। ਦੂਸਰੀ ਰੇ ਜਿਹੜੀ ਓਪਟੀਕਲ ਸੈਂਟਰ ਚੋਂ ਜਾਏਗੀ ਇਟ ਗੋਜ਼ ਅਨਡੇਵੀਏਟਿਡ ਹੈ ਨਾ। ਇਸ ਰੇ ਨੂੰ ਪਿੱਛੇ ਪ੍ਰੋਡਿਊਸ ਕਰ ਦੋ, ਇਸ ਰੇ ਨੂੰ ਪਿੱਛੇ ਪ੍ਰੋਡਿਊਸ ਕਰ ਦੋ, ਸਮਝ ਗਏ। ਇਸ ਰੇ ਨੂੰ ਪ੍ਰੋਡਿਊਸ ਕੀਤਾ ਬੇਟਾ, ਇਸ ਰੇ ਨੂੰ ਪ੍ਰੋਡਿਊਸ ਕੀਤਾ ਆਪਾਂ ਨੇ ਪਿੱਛੇ। ਜਿੱਥੇ ਇਹ ਮੀਟ ਕਰ ਜਾਣਗੀਆਂ, ਜਿੱਥੇ ਵੀ ਮੀਟ ਕਰ ਜਾਣਗੀਆਂ, ਵੇਟ ਮੈਂ ਡਾਇਗਰਾਮ ਕਲੀਅਰ ਕਰਦਾ, ਜਿੱਥੇ ਵੀ ਇਹ ਮੀਟ ਕਰ ਜਾਣਗੀਆਂ ਉੱਥੇ ਬਣ ਜਾਏਗੀ ਇਮੇਜ A2 B2 ਐਂਡ ਫਾਈਨਲ ਇਮੇਜ ਹੇਅਰ ਇਜ਼ ਅਵਰ ਆਈ ਹੈ ਨਾ। ਫਾਈਨਲ ਇਮੇਜ ਆਈ ਤੋਂ ਕਿੱਥੇ ਬਣਨੀ ਚਾਹੀਦੀ ਹੈ ਬੇਟਾ, ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ। ਵਾਈ ਫਾਈਨਲ ਇਮੇਜ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਕਿਉਂ ਬਣਨੀ ਚਾਹੀਦੀ ਹੈ ਬੇਟਾ, ਫਾਈਨਲ ਇਮੇਜ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਕਿਉਂ ਬਣਨੀ ਚਾਹੀਦੀ ਹੈ, ਬੋਲੋ। ਫਾਈਨਲ ਇਮੇਜ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਕਿਉਂ ਬਣਨੀ ਚਾਹੀਦੀ ਹੈ, ਬਿਕੋਜ਼ ਆਪਣੀ ਆਈ ਇਸ ਨੂੰ ਜਿੰਨੀ ਮਰਜ਼ੀ ਦੇਰ ਤੱਕ ਦੇਖਦੀ ਰਹੇ, ਆਪਣੀ ਆਈ ਤੇ ਕੋਈ ਸਟ੍ਰੈਸ ਸਟ੍ਰੇਨ ਨਾ ਪਵੇ। ਆਪਣੀ ਆਈ ਟੈਲੀਸਕੋਪ ਨੂੰ, ਆਪਣੀ ਆਈ ਟੈਲੀਸਕੋਪ ਨੂੰ ਜਿੰਨੀ ਮਰਜ਼ੀ ਦੇਰ ਤੱਕ ਦੇਖਦੀ ਰਹੇ ਹੈ ਨਾ, ਆਪਣੀ ਆਈ ਸਾਈਟ ਡਿਫੈਕਟ ਨਾ ਪਵੇ, ਆਪਣੀ ਆਈਜ਼ ਤੇ ਕੋਈ ਸਟ੍ਰੈਸ ਸਟ੍ਰੇਨ ਨਾ ਪਵੇ। ਇਹ ਤਾਂ ਹੀ ਪੋਸੀਬਲ ਹੈ ਜੇ ਫਾਈਨਲ ਇਮੇਜ ਕਿੱਥੇ ਬਣੇਗੀ, ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ। ਕਲੀਅਰ, ਕੋਈ ਕਨਫਿਊਜ਼ਨ। ਤਾਂ ਬੇਟਾ ਇਹ ਸੀਗੀ ਇਹਦੀ ਰੇ ਡਾਇਗਰਾਮ, ਇਹਦੇ ਆਪਾਂ ਡਿਸਟੈਂਸਿਸ ਨੋਟ ਕਰ ਲੈਂਦੇ ਹਾਂ, ਡਿਸਟੈਂਸਿਸ, ਠੀਕ ਹੈ ਓਕੇ। ਪਹਿਲਾਂ ਓਬਜੈਕਟਿਵ ਲੈਂਸ ਦੇ ਅਕੋਰਡਿੰਗ ਮੇਜਰ ਕਰਦੇ ਹਾਂ, ਅਕੋਰਡਿੰਗ ਟੂ ਓਬਜੈਕਟਿਵ ਲੈਂਸ। ਓਬਜੈਕਟਿਵ ਲੈਂਸ ਦੇ ਅਕੋਰਡਿੰਗ ਬੇਟਾ ਓਬਜੈਕਟ ਦਾ ਡਿਸਟੈਂਸ ਕਿੰਨਾ ਹੋਏਗਾ, ਇਨਫਿਨਿਟੀ। ਐਂਡ ਓਬਜੈਕਟਿਵ ਲੈਂਸ ਦੇ ਅਕੋਰਡਿੰਗ ਇਮੇਜ ਬਣ ਰਹੀ ਹੈ ਬੇਟਾ ਇੱਥੇ, ਆ ਦੇਖੋ ਆ ਬਣ ਰਹੀ ਹੈ A1 B1 ਤੇ, A1 B1 ਤੇ ਬਣ ਰਹੀ ਹੈ ਇਮੇਜ ਹੈ ਨਾ। ਤਾਂ ਜਿਹੜਾ ਇਮੇਜ ਡਿਸਟੈਂਸ ਬਣ ਗਿਆ ਆਹ ਵਾਲਾ V ਨੋਡ, ਇਹ ਫੋਕਸ ਤੇ ਬਣ ਰਹੀ ਹੈ ਨਾ ਬੇਟਾ, ਫਸਟ ਲੈਂਸ ਦੇ ਫੋਕਸ ਤੇ ਬਣ ਰਹੀ ਹੈ, ਤਾਂ V ਨੋਡ ਕਿਸ ਦੇ ਇਕੁਅਲ ਹੋ ਜਾਏਗਾ, F ਨੋਡ, ਠੀਕ ਹੈ। ਇਹ ਨੈਗੇਟਿਵ, ਆਹ ਵਾਲਾ ਆਪਾਂ ਪੋਜ਼ੀਟਿਵ। ਅੱਛਾ ਇਹ ਜਿਹੜੀ ਇਮੇਜ ਹੈ ਇਹ ਆਈ ਪੀਸ ਵਾਸਤੇ ਕਿਸ ਦਾ ਰੋਲ ਪਲੇ ਕਰ ਰਹੀ ਹੈ ਬੇਟਾ, ਓਬਜੈਕਟ ਦਾ। ਤਾਂ ਆਈ ਪੀਸ ਤੋਂ ਆਹ ਵਾਲਾ ਡਿਸਟੈਂਸ ਜਿਹੜਾ ਬਣ ਗਿਆ ਦੈਟ ਇਜ਼ ਓਬਜੈਕਟ ਡਿਸਟੈਂਸ ਫੋਰ ਆਈ ਪੀਸ। ਇਹ ਡਿਸਟੈਂਸ ਇੰਸੀਡੈਂਟ ਰੇ ਤੋਂ ਓਪੋਜ਼ਿਟ ਡਾਇਰੈਕਸ਼ਨ 'ਚ ਹੈ ਮਾਈਨਸ ਹੈ ਨਾ। ਅਤੇ ਆਈ ਪੀਸ ਵਾਸਤੇ A2 B2 ਕੀ ਹੈ ਬੇਟਾ, A2 B2 ਇਜ਼ ਇਮੇਜ ਫੋਰ ਆਈ ਪੀਸ। ਆਈ ਪੀਸ ਵਾਸਤੇ ਇਮੇਜ ਹੈ ਤਾਂ ਜਿਹੜਾ ਇਹ ਬਣ ਗਿਆ ਇਮੇਜ ਡਿਸਟੈਂਸ ਫੋਰ ਆਈ ਪੀਸ। ਇਹ ਵੀ ਇੰਸੀਡੈਂਟ ਰੇ ਨਾਲੋਂ ਓਪੋਜ਼ਿਟ ਡਾਇਰੈਕਸ਼ਨ 'ਚ ਹੈ, ਓਪੋਜ਼ਿਟ ਡਾਇਰੈਕਸ਼ਨ 'ਚ ਕਿਸ 'ਚ ਲਵਾਂਗੇ, ਮਾਈਨਸ 'ਚ ਹੈ ਨਾ। ਇੱਕ ਲੈਂਸ ਤੋਂ ਦੂਸਰੇ ਲੈਂਸ ਤੱਕ ਦਾ ਜੋ ਡਿਸਟੈਂਸ ਹੈ ਦਿਸ ਇਜ਼ ਨੋਨ ਐਜ਼ ਲੈਂਥ, ਐਂਡ ਇਹ ਲੈਂਥ ਕਿਸ ਦੇ ਇਕੁਅਲ ਆਏਗਾ ਬੇਟਾ, V ਨੋਡ ਪਲੱਸ UE ਦੀ ਨੈਗੇਟਿਵ ਵੈਲਿਊ, UE ਦੀ ਨੈਗੇਟਿਵ ਵੈਲਿਊ, ਸੌਰੀ ਐਬਸੋਲਿਊਟ ਵੈਲਿਊ, ਮਤਲਬ ਨੈਗੇਟਿਵ ਵੈਲਿਊ ਨਹੀਂ ਲੈਣੀ, V ਨੋਡ ਪਲੱਸ UE ਦੀ ਪੋਜ਼ੀਟਿਵ ਵੈਲਿਊ, V ਨੋਡ ਪਲੱਸ UE ਦੀ ਪੋਜ਼ੀਟਿਵ ਵੈਲਿਊ ਦਾ ਰਿਜ਼ਲਟ ਆਏਗਾ L, ਲੈਂਥ ਆਫ ਦਾ ਟੈਲੀਸਕੋਪ। ਕਲੀਅਰ, ਸਾਰੇ ਡਿਸਟੈਂਸਿਸ ਕਲੀਅਰ ਹੋਏ ਬੇਟਾ, ਡਾਇਗਰਾਮ ਸਮਝ ਆ ਗਈ ਕਿਵੇਂ ਬਣਾਈ ਹੈ, ਬੋਲੋ ਹੈ ਨਾ। ਇਹ ਰੇ ਡਾਇਗਰਾਮ ਬਣ ਗਈ when object lies at infinity and final image is formed at least distance of distinct vision, final image least distance of distinct vision ਤੇ ਬਣੇ। ਕਲੀਅਰ। ਹੁਣ ਬੇਟਾ ਜਿਹੜੀ ਇਹਦੀ ਮੈਗਨੀਫਾਈਂਗ ਪਾਵਰ ਦੀ ਡੈਫੀਨੇਸ਼ਨ ਹੈ, M ਦੀ ਡੈਫੀਨੇਸ਼ਨ, ਉਹ ਅਲੱਗ ਹੈ, ਠੀਕ ਹੈ। ਇਟ ਮੇ ਬੀ ਡਿਫਾਈਨਡ ਐਜ਼, it may be defined as ratio of angle subtends by image on eye to angle subtends by object on eye, ਠੀਕ ਹੈ। ਇੰਨਾ ਕੁ ਤਾਂ ਸੇਮ ਹੈ, ਬਸ ਫਰਕ ਇਹ ਹੈ ਵੀ ਇਮੇਜ ਬਣੇਗੀ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ, ਐਂਗਲ ਸਬਸਟੈਂਡਸ ਬਾਈ ਇਮੇਜ ਔਨ ਆਈ ਵੈਨ ਇਟ ਇਜ਼ ਐਟ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ। ਬੇਟਾ ਮੈਂ ਨੀਚੇ ਹੀ ਲਿਖ ਦਿੰਦਾ, ਵੇਟ ਅ ਮਿਨਟ,
नीट एंड क्लीन लिख देना मैं नीचे, वेट अ मिनट। इट मे बी defined as, wait a minute beta, it may be defined as the ratio of angle subtended by image on eye when it is at least distance of distinct vision to the angle subtended by object on eye when object lies at infinity. There is a difference. ਕੰਪਾਊਂਡ ਮਾਈਕਰੋਸਕੋਪ ਤੇ ਸਿੰਪਲ ਮਾਈਕਰੋਸਕੋਪ ਦੀ ਮੈਗਨੀਫਾਈਂਗ ਪਾਵਰ ਸੇਮ ਸੀ, ਡੈਫੀਨੇਸ਼ਨ ਸੇਮ ਸੀ। ਉਸ 'ਚ ਕੰਪਾਊਂਡ ਮਾਈਕਰੋਸਕੋਪ ਤੇ ਸਿੰਪਲ ਮਾਈਕਰੋਸਕੋਪ 'ਚ ਅਗਰ ਮੈਂ ਤੁਹਾਨੂੰ ਸ਼ੋਅ ਕਰਾਂ, ਆਹ ਦੇਖੋ ਬੇਟਾ, ਜੇ ਡਾਇਗਰਾਮ ਸ਼ੋਅ ਕਰਾਂ ਤਾਂ ਇਮੇਜ ਵੀ ਕਿੱਥੇ ਲਾਈ ਕਰਦੀ ਸੀ, ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ, ਐਂਡ ਓਬਜੈਕਟ ਵੀ ਕਿੱਥੇ ਲਾਈ ਕਰਵਾਉਂਦੇ ਸੀ ਅਸੀਂ, ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ। ਇਮੇਜ ਵੀ ਐਂਡ ਓਬਜੈਕਟ ਵੀ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਲਾਈ ਕਰਦੇ ਸੀ, ਫਿਰ ਦੋਨਾਂ ਦੇ ਐਂਗਲਸ ਦੀ ਰੇਸ਼ੋ ਲੈਂਦੇ ਸੀ, ਫਿਰ ਐਂਗਲਸ ਦੀ ਰੇਸ਼ੋ ਲੈਂਦੇ ਸੀਗੇ, ਹੈ ਨਾ। ਇਸ 'ਚ ਬੇਟਾ ਦੇਖੋ, ਇਸ 'ਚ ਕੀ ਹੈ, ਰੇਸ਼ੋ ਆਫ ਐਂਗਲ ਸਬਟੈਂਡਡ ਬਾਈ ਇਮੇਜ ਔਨ ਆਈ ਵੈਨ ਇਮੇਜ ਲਾਈਜ਼ ਐਟ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਟੂ ਦ ਐਂਗਲ ਸਬਟੈਂਡਡ ਬਾਈ ਓਬਜੈਕਟ ਔਨ ਆਈ, ਹੈ ਨਾ। ਓਬਜੈਕਟ ਔਨ ਆਈ ਵੈਨ ਓਬਜੈਕਟ ਲਾਈਜ਼ ਐਟ ਇਨਫਿਨਿਟੀ, ਬਸ ਆਹ ਫਰਕ ਹੈ ਬੇਟਾ। ਓਬਜੈਕਟ ਨੂੰ ਕਹਿੰਦੇ ਇਨਫਿਨਿਟੀ ਤੇ ਹੀ ਰੱਖੋ, ਓਬਜੈਕਟ ਨੂੰ ਕਿੱਥੇ ਰੱਖਣਾ, ਇਨਫਿਨਿਟੀ ਤੇ ਹੀ, ਉਹਦਾ ਐਂਗਲ ਸਬਸਟੈਂਡ ਕਰ ਲਓ ਔਨ ਆਈ, ਵੀ ਉਹ ਆਈ ਤੇ ਕਿੰਨਾ ਐਂਗਲ ਬਣਾਉਂਦੀ ਹੈ। ਇਮੇਜ ਨੂੰ ਕਿੱਥੇ ਰੱਖਣਾ, ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ, ਉਹਦਾ ਐਂਗਲ ਸਬਸਟੈਂਡ ਕਰ ਲਓ ਆਈ। ਤਾਂ ਬੇਟਾ ਇਮੇਜ ਤਾਂ ਡਾਇਗਰਾਮ 'ਚ ਦੇਖੋ, ਇਮੇਜ ਤਾਂ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਬਣ ਹੀ ਰਹੀ ਹੈ। ਇਮੇਜ ਇਜ਼ ਫॉर्म्ड ਐਟ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਬੇਟਾ ਇਹਦਾ ਐਂਗਲ ਆਈ, ਬੋਲਣਾ ਆਈ ਨਾਲ ਹੈ ਬਟ ਬਣਾਉਣਾ ਕਿਸ ਨਾਲ ਹੈ, ਲੈਂਸ ਨਾਲ। ਬੋਲਣਾ ਕਿਸ ਨਾਲ ਹੈ, ਆਈ ਨਾਲ, ਬਣਾਉਣਾ ਕਿਸ ਨਾਲ ਹੈ, ਲੈਂਸ ਨਾਲ। ਤਾਂ ਬੇਟਾ ਜਿਹੜਾ ਆਹ ਵਾਲਾ ਐਂਗਲ ਬਣਿਆ, ਦੈਟ ਇਜ਼ ਐਂਗਲ ਸਬਸਟੈਂਡਡ ਬਾਈ ਇਮੇਜ, ਇਹ ਇਮੇਜ ਦਾ ਐਂਗਲ ਬਣਿਆ ਬੀਟਾ, ਇਟ ਇਜ਼ ਬੀਟਾ। ਐਂਡ ਓਬਜੈਕਟ ਦਾ ਐਂਗਲ, ਓਬਜੈਕਟ ਕਿੱਥੇ ਲਾਈ ਕਰਨੀ ਹੈ ਹੁਣ, ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਨਹੀਂ ਲਾਈ ਕਰਨੀ। ਓਬਜੈਕਟ ਤਾਂ ਬਹੁਤ ਵੱਡੀ ਹੋਏਗੀ, ਉਹ ਤਾਂ ਲਾਰਜ ਡਿਸਟੈਂਸ ਤੇ ਪਈ ਹੋਣ ਕਰਕੇ ਸਾਨੂੰ ਨਜ਼ਰ ਨਹੀਂ ਆ ਰਹੀ। ਅਸੀਂ ਟੈਲੀਸਕੋਪ ਦੀ ਹੈਲਪ ਦੇ ਨਾਲ ਸਟਾਰਸ ਦੇਖਦੇ ਹਾਂ, ਪਲੈਨਟਸ ਦੇਖਦੇ ਹਾਂ ਬੇਟਾ। ਸਟਾਰਸ ਦਾ, ਪਲੈਨਟਸ ਦਾ, ਤਾਜ ਮਹਿਲ ਦਾ, ਕੁਤਬ ਮੀਨਾਰ ਦੀ ਹਾਈਟ ਕਿੰਨੀ ਵੱਡੀ ਹੈ, ਕਿੰਨੇ ਵੱਡੇ ਓਬਜੈਕਟਸ ਆ ਉਹ। ਜੇ ਤੁਸੀਂ ਉਹਨਾਂ ਨੂੰ ਇੱਥੇ ਰੱਖੋਗੇ ਤਾਂ ਕਿੱਥੇ ਲਾਈ ਕਰਨਗੇ ਉਹ ਬੇਟਾ, ਸੋਚ ਸਕਦੇ ਹੋ ਮੈਂ ਕੀ ਬੋਲ ਰਿਹਾ। ਓਬਜੈਕਟਸ ਦਾ ਸਾਈਜ਼ ਬਹੁਤ ਲਾਰਜ ਹੈ, ਤੁਸੀਂ ਉਹਨਾਂ ਨੂੰ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਨਹੀਂ ਰੱਖਣਾ। ਓਬਜੈਕਟ ਜਿੱਥੇ ਹੈ ਉੱਥੇ ਹੀ ਪਏ ਰਹਿਣ ਦਿਓ। ਓਬਜੈਕਟ ਦਾ ਐਂਗਲ ਬਣਾਓ ਆਈ ਨਾਲ, ਅਸੀਂ ਓਬਜੈਕਟ ਦਾ ਐਂਗਲ ਲੈਣਾ ਔਨ ਆਈ, ਐਂਗਲ ਸਬਸਟੈਂਡਡ ਬਾਈ ਓਬਜੈਕਟ ਔਨ ਆਈ ਵੈਨ ਓਬਜੈਕਟ ਲਾਈਜ਼ ਐਟ ਇਨਫਿਨਿਟੀ। ਓਬਜੈਕਟ ਨੂੰ ਇਨਫਿਨਿਟੀ ਤੇ ਹੀ ਰੱਖੋ, ਉਸ ਦਾ ਆਈ ਤੇ ਐਂਗਲ ਬਣਾਓ, ਆਈ ਤੇ। ਬੋਲਣਾ ਆਈ ਨਾਲ ਹੈ, ਬਣਾਉਣਾ ਬੇਟਾ ਫਸਟ ਲੈਂਸ ਨਾਲ ਹੈ। ਬੋਲਣਾ ਆਈ ਨਾਲ ਹੈ, ਬਣਾਉਣਾ ਕਿਸ ਨਾਲ ਹੈ, ਫਸਟ ਲੈਂਸ ਨਾਲ। ਫਸਟ ਲੈਂਸ ਨਾਲ ਐਂਗਲ ਬਣ ਰਿਹਾ ਆਹ ਵਾਲਾ ਅਲਫਾ। ਐਵੇਂ ਕਿਉਂ ਕਰਨਾ, ਸੁਣੋ, ਲਿਸਨ, ਮੈਂ ਤੁਹਾਨੂੰ ਇਹ ਵੀ ਸਮਝਾਉਣਾ ਵੀ ਬੋਲਣਾ ਆਈ ਨਾਲ ਹੈ ਪਰ ਇਸ ਨਾਲ ਕਿਉਂ ਬਣਾਉਣਾ ਹੈ, ਇਹ ਵੀ ਮੈਂ ਤੁਹਾਨੂੰ ਸਮਝਾ ਰਿਹਾ। ਵੇਟ ਅ ਮਿਨਟ, ਸਮਝੋ ਬੇਟਾ, ਇਸ ਚੀਜ਼ ਨੂੰ ਵੀ ਸਮਝੋ ਕੇਅਰਫੁਲੀ। ਹੁਣ ਦੇਖੋ, ਆਪਣੇ ਕੋਲ ਮੰਨ ਲਓ ਆਹ ਓਬਜੈਕਟ ਹੈ, ਬਹੁਤ ਵੱਡੇ ਸਾਈਜ਼ ਦੀ ਹੈ, ਬਹੁਤ ਵੱਡਾ ਸਾਈਜ਼ ਹੈ, ਵੈਰੀ ਲਾਰਜ ਇਨ ਸਾਈਜ਼। ਹਾਂ, ਇਹ ਟੈਲੀਸਕੋਪ ਤੋਂ ਲਾਰਜ ਡਿਸਟੈਂਸ ਤੇ ਪਈ ਹੈ, ਇਟ ਇਜ਼ ਪਲੇਸਡ ਐਟ ਲਾਰਜ ਡਿਸਟੈਂਸ ਫਰੋਮ ਟੈਲੀਸਕੋਪ, ਹੈ ਨਾ। ਤਾਂ ਜੋ ਲਾਰਜ ਡਿਸਟੈਂਸ ਤੇ ਪਈ ਹੈ ਤਾਂ ਓਬਜੈਕਟ ਵਾਸਤੇ, ਫੋਰ ਓਬਜੈਕਟ ਟੈਲੀਸਕੋਪ ਕਿੱਡਾ ਕੁ ਨਜ਼ਰ ਆਏਗਾ, ਬਹੁਤ ਛੋਟਾ ਜਿਹਾ। ਬਿਕੋਜ਼ ਜਿਹੜਾ ਟੈਲੀਸਕੋਪ ਹੈ ਇਹ ਓਬਜੈਕਟ ਤੋਂ ਬਹੁਤ ਲਾਰਜ ਡਿਸਟੈਂਸ ਤੇ ਪਿਆ ਹੈ, ਓਬਜੈਕਟ ਤੋਂ ਬਹੁਤ ਲਾਰਜ ਡਿਸਟੈਂਸ ਤੇ ਪਿਆ ਬੇਟਾ ਟੈਲੀਸਕੋਪ। ਤਾਂ ਕਿੰਨਾ ਕੁ ਨਜ਼ਰ ਆਏਗਾ ਟੈਲੀਸਕੋਪ, ਇੱਕ ਛੋਟਾ ਜਿਹਾ ਪੁਆਇੰਟ ਨਜ਼ਰ ਆਏਗਾ। ਟੈਲੀਸਕੋਪ ਇੰਨਾ ਵੱਡਾ, ਜਿਹੇ ਜੀ ਮੈਂ ਡਾਇਗਰਾਮ ਬਣਾਤੀ, ਇਹ ਤਾਂ ਮੈਂ ਟੈਲੀਸਕੋਪ ਦੀ ਤੁਹਾਨੂੰ ਡਿਸਕ੍ਰਿਪਸ਼ਨ ਦਿੱਤੀ ਹੈ ਵੀ ਐਡੀ ਵੱਡੀ ਟੈਲੀਸਕੋਪ ਹੈ ਨਾ।
ਟੈਲੀਸਕੋਪ ਆਬਜੈਕਟ ਵਾਸਤੇ ਕੀ ਨਜ਼ਰ ਆਏਗਾ ਬੇਟਾ, ਇੱਕ ਛੋਟਾ ਜਿਹਾ ਪੁਆਇੰਟ ਨਜ਼ਰ ਆਏਗਾ। ਤਾਂ ਪੁਆਇੰਟ ਦੇ ਫਰੰਟ ਤੇ ਵੀ ਉਨਾ ਹੀ ਐਂਗਲ ਬਣੇਗਾ ਜਿੰਨਾ ਉਸ ਪੁਆਇੰਟ ਦੇ ਬੈਕ ਤੇ ਐਂਗਲ ਬਣੇਗਾ। ਤਾਂ ਬੈਕ ਵਾਲਾ ਐਂਗਲ ਐਂਡ ਫਰੰਟ ਵਾਲਾ ਐਂਗਲ ਇਹ ਅਪਰੋਕਸੀਮੇਟਲੀ ਦੋਨੇ ਕੀ ਹੋਣਗੇ ਬੇਟਾ, ਸੇਮ। ਇਸ ਕਰਕੇ ਮੈਂ ਬੋਲ ਰਿਹਾ ਵੀ ਬੋਲਣਾ ਆਈ ਨਾਲ ਹੈ, ਬੋਲਣਾ ਕਿਸ ਨਾਲ ਹੈ, ਆਈ ਨਾਲ, ਬਟ ਬਣਾਉਣਾ ਕਿਸ ਨਾਲ ਹੈ, ਲੈਂਸ ਦੇ ਫਸਟ ਪਾਰਟ ਨਾਲ ਬਣਾਉਣਾ ਹੈ, ਅਲਫਾ ਫਸਟ ਪਾਰਟ ਨਾਲ। ਸਮਝ ਆਇਆ ਕਿ ਨਹੀਂ ਆਇਆ, ਹੈ ਨਾ। ਵੀ ਡੈਫੀਨੇਸ਼ਨ 'ਚ ਦੇਖੋ ਬੇਟਾ, ਇਮੇਜ ਕਿੰਨਾ ਐਂਗਲ ਬਣਾਏਗੀ ਆਈ ਤੇ, ਵੈਨ ਇਮੇਜ ਇਜ਼ ਐਟ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ। ਤਾਂ ਅਸੀਂ ਆ ਲੈ ਲਿਆ ਬੇਟਾ ਵੀ ਜਦੋਂ ਇਮੇਜ ਲੀਸਟ ਡਿਸਟੈਂਸ ਤੋਂ ਡਿਸਟਿੰਕਟ ਵਿਜ਼ਨ ਤੇ ਹੈ ਤਾਂ ਉਹਦਾ ਆਈ ਤੇ ਐਂਗਲ। ਬੋਲਣਾ ਆਈ ਤੇ ਹੈ ਬਟ ਬਣਾਉਣਾ ਲੈਂਸ ਤੇ ਹੈ। ਐਵੇਂ ਆਬਜੈਕਟ ਨੂੰ ਕਿੱਥੇ ਰੱਖਣਾ ਬੇਟਾ, ਇਨਫਿਨਿਟੀ ਤੇ, ਉਹਦਾ ਐਂਗਲ ਆਈ ਤੇ ਬਣਾਉਣਾ ਹੈ। ਬੋਲਣਾ ਆਈ ਤੇ ਹੈ, ਬੋਲਣਾ ਆਈ ਤੇ ਹੈ ਬਟ ਬਣਾਉਣਾ ਬੇਟਾ ਲੈਂਸ ਤੇ ਹੈ। ਲੈਂਸ ਤੇ ਵੀ ਕਿਸ ਤੇ ਬਣਾ ਲਓ, ਫਸਟ ਲੈਂਸ ਤੇ ਬਣਾ ਲਓ, ਸੈਕਿੰਡ ਤੇ ਰਹਿਣ ਦਿਓ, ਕਿਉਂਕਿ ਜਿੰਨਾ ਐਂਗਲ ਆ ਦੇਖੋ ਮੈਂ ਤੁਹਾਨੂੰ ਸਮਝਾਇਆ, ਜਿੰਨਾ ਐਂਗਲ ਟੈਲੀਸਕੋਪ ਦੇ ਫਸਟ ਲੈਂਸ ਤੇ ਬਣੇਗਾ ਉਨਾ ਹੀ ਐਂਗਲ ਟੈਲੀਸਕੋਪ ਦੇ ਦੂਸਰੇ ਲੈਂਸ ਤੇ ਬਣੇਗਾ। ਇੱਥੇ ਟੈਲੀਸਕੋਪ ਸੀਗਾ ਬੇਟਾ ਛੋਟਾ ਜਿਹਾ ਟੈਲੀਸਕੋਪ ਸੀਗਾ ਇੱਥੇ, ਜਿੰਨਾ ਉਹਦੇ ਫਸਟ ਲੈਂਸ ਤੇ ਐਂਗਲ ਬਣੇਗਾ ਅਪਰੋਕਸੀਮੇਟਲੀ ਉਨਾ ਹੀ ਐਂਗਲ ਉਹਦੇ ਬੈਕ ਲੈਂਸ ਤੇ ਬਣੇਗਾ। ਤਾਂ ਜਿੰਨਾ ਐਂਗਲ ਉਹਦੇ ਓਬਜੈਕਟਿਵ ਲੈਂਸ ਤੇ ਬਣੇਗਾ, ਓਬਜੈਕਟਿਵ ਲੈਂਸ ਤੇ, ਉਨਾ ਹੀ ਆਈ ਪੀਸ ਤੇ ਬਣੇਗਾ। ਬਿਕੋਜ਼ ਓਬਜੈਕਟ ਇਜ਼ ਐਟ ਇਨਫਿਨਿਟੀ, ਲਾਰਜ ਡਿਸਟੈਂਸ ਤੇ ਹੈ, ਬਹੁਤ ਵੱਡੀ ਹੈ ਨਾ, ਲਾਰਜ ਡਿਸਟੈਂਸ ਤੇ ਹੋਣ ਕਰਕੇ ਸਾਨੂੰ ਨਜ਼ਰ ਨਹੀਂ ਆ ਰਹੀ, ਹੈ ਨਾ। ਤਾਂ ਉਸ ਓਬਜੈਕਟ ਵੱਲੋਂ ਜਿੰਨਾ ਐਂਗਲ ਉਹਦੇ ਫਸਟ ਲੈਂਸ ਤੇ ਬਣੇਗਾ ਉਨਾ ਹੀ ਸੈਕਿੰਡ ਲੈਂਸ ਤੇ ਬਣੇਗਾ। ਤਾਂ ਫਸਟ ਲੈਂਸ ਤੇ ਐਂਗਲ ਬਣਿਆ ਹੋਇਆ ਇਹੀ ਐਂਗਲ ਲੈ ਲਓ, ਸੈਕਿੰਡ ਲੈਂਸ ਤੇ ਬਣਾਉਣ ਦੀ ਲੋੜ ਨਹੀਂ। ਡੈਫੀਨੇਸ਼ਨ 'ਚ ਫਰਕ ਹੈ ਬੇਟਾ, ਐਮ ਦੀ ਡੈਫੀਨੇਸ਼ਨ 'ਚ ਫਰਕ ਹੈ, ਬੀ ਕੇਅਰਫੁਲ, ਮੈਂ ਤੁਹਾਨੂੰ ਬਾਰ-ਬਾਰ ਬੋਲ ਰਿਹਾ, ਐਮ ਦੀ ਡੈਫੀਨੇਸ਼ਨ 'ਚ ਫਰਕ ਹੈ, ਠੀਕ ਹੈ। ਇਹੀ ਆਪਾਂ ਨੇ ਡਾਇਗਰਾਮ 'ਚ ਸ਼ੋ ਕਰਤਾ। ਇਮੇਜ ਦਾ ਐਂਗਲ ਆਈ ਤੇ ਬਣਾ ਲਿਆ, ਆਈ ਪੀਸ ਤੇ, ਐਂਡ ਓਬਜੈਕਟ ਦਾ ਐਂਗਲ ਓਬਜੈਕਟਿਵ ਲੈਂਸ ਤੇ ਬਣਾ ਲਿਆ। ਜਿੰਨਾ ਐਂਗਲ ਓਬਜੈਕਟਿਵ ਲੈਂਸ ਤੇ ਬਣੇਗਾ ਉਨਾ ਹੀ ਐਂਗਲ ਆਈ ਪੀਸ ਤੇ ਵੀ ਬਣੇਗਾ ਓਬਜੈਕਟ ਦਾ। ਤਾਂ ਆਈ ਪੀਸ ਤੇ ਰਹਿਣਤਾ, ਉਸ ਤੇ ਛੱਡਤਾ, ਇਸ ਤੇ ਬਣਾ ਲਿਆ ਬੇਟਾ, ਠੀਕ ਹੈ। ਤਾਂ ਐਮ ਦੀ ਡੈਫੀਨੇਸ਼ਨ ਕੀ ਬਣੀ ਬੇਟਾ, ਐਮ ਦੀ ਡੈਫੀਨੇਸ਼ਨ, ਵਟ ਇਜ਼ ਦੈਟ ਡੈਫੀਨੇਸ਼ਨ ਨਹੀਂ, ਡੈਫੀਨੇਸ਼ਨ ਦੇ ਅਕੋਰਡਿੰਗ ਫਾਰਮੂਲਾ, ਐਮ ਇਜ਼ ਇਕੁਅਲ ਟੂ ਐਂਗਲ ਸਬਸਟੈਂਸ ਬਾਈ ਇਮੇਜ ਔਨ ਦਾ ਆਈ ਟੂ ਦਾ ਐਂਗਲ ਸਬਸਟੈਂਸ ਬਾਈ ਓਬਜੈਕਟ ਔਨ ਦਾ ਆਈ। ਕਲੀਅਰ। ਐਂਗਲਸ ਸਮੋਲ ਹੋਣਗੇ ਬਿਕੋਜ਼ ਓਬਜੈਕਟ ਬਹੁਤ ਦੂਰ ਹੈ, ਸਾਨੂੰ ਬਹੁਤ ਛੋਟੀ ਨਜ਼ਰ ਆ ਰਹੀ ਹੈ। ਕਿਉਂ ਛੋਟੀ ਨਜ਼ਰ ਆ ਰਹੀ ਹੈ, ਬਿਕੋਜ਼ ਇਟ ਇਜ਼ ਐਟ ਲਾਰਜ ਡਿਸਟੈਂਸ, ਹੈ ਨਾ, ਛੋਟੀ ਨਜ਼ਰ ਆ ਰਹੀ ਹੈ, ਇਸ ਕਰਕੇ ਐਂਗਲ ਸਮੋਲ ਬਣਨਗੇ। ਐਂਗਲ ਸਮੋਲ ਬਣਨਗੇ, ਦੈਟਸ ਵਾਈ ਐਂਗਲ ਸਮੋਲ ਹੈ। ਤਾਂ ਅਸੀਂ ਇਹਨਾਂ ਦੇ ਟੈਂਜੈਂਟਸ ਨਾਲ ਰਿਪਲੇਸ ਕਰ ਸਕਦੇ, ਟੈਂਜੈਂਟ ਨਾਲ ਰਿਪਲੇਸ ਕਰਤਾ। ਟੈਂਜੈਂਟ ਬੀਟਾ ਦੀ ਵੈਲਿਊ ਡਾਇਗਰਾਮ ਤੋਂ ਦੇਖੋ ਬੇਟਾ, ਟੈਂਜੈਂਟ ਬੀਟਾ ਦੀ ਵੈਲਿਊ ਵੱਡੀ ਟ੍ਰਾਇੰਗਲ ਤੋਂ ਨਹੀਂ ਲੈਣੀ। ਲਿਸਨ, ਜਿਵੇਂ ਆਹ ਐਂਗਲ ਅਲਫਾ ਹੈ, ਇਹ ਐਂਗਲ ਅਲਫਾ ਹੈ ਤਾਂ ਇੱਧਰਲਾ ਐਂਗਲ ਵੀ ਅਲਫਾ ਹੋਏਗਾ। ਕਿਹੜੇ ਐਂਗਲ ਹੋ ਗਏ ਇਹ, ਵਰਟੀਕਲੀ ਓਪੋਜ਼ਿਟ ਐਂਗਲਸ ਹੋ ਗਏ। ਦੇਖੋ ਆਹ ਲਾਈਨ ਤੇ ਆਹ ਲਾਈਨ ਇੰਟਰਸੈਕਟ ਕਰ ਗਈਆਂ, ਥੀਸ ਐਂਗਲਸ ਆਰ ਵਰਟੀਕਲ ਓਪੋਜ਼ਿਟ ਐਂਗਲਸ। ਤਾਂ ਟੈਂਜੈਂਟ ਬੀਟਾ ਦੀ ਵੈਲਿਊ ਇਸ ਟ੍ਰਾਇੰਗਲ ਤੋਂ ਲਓ, ਇੱਧਰੋਂ ਆਹ ਛੋਟੀ ਟ੍ਰਾਇੰਗਲ ਤੋਂ, A1 B1 C2 ਤੋਂ, ਇਸ ਤੋਂ ਲਓ ਟੈਂਜੈਂਟ ਬੀਟਾ। ਇਸ 'ਚ ਬਣਦਾ ਨਾ ਬੇਟਾ ਬੀਟਾ, ਤਾਂ ਇਸ ਟ੍ਰਾਇੰਗਲ ਤੋਂ, ਵੱਡੀ ਟ੍ਰਾਇੰਗਲ ਤੋਂ ਨਹੀਂ ਲੈਣਾ, ਛੋਟੀ ਟ੍ਰਾਇੰਗਲ ਤੋਂ ਲੈਣਾ, A1 B1 C2 ਤੋਂ। ਇੱਥੋਂ ਲਓ ਪਰਪੈਂਡੀਕੂਲਰ ਅਪੋਨ ਬੇਸ, ਪਰਪੈਂਡੀਕੂਲਰ A1 B1 ਬੇਸ B1 C2, A1 B1 B1 C2। ਟੈਂਜੈਂਟ ਅਲਫਾ, ਵੇਟ ਅ ਮਿੰਟ, ਦਿਖ ਗਿਆ ਨਾ ਤੁਹਾਨੂੰ, A1 B1 ਅਪੋਨ B1 C2। ਮੈਨੂੰ ਲੱਗਦਾ ਤੁਹਾਨੂੰ ਡਾਇਗਰਾਮ 'ਚੋਂ ਨਹੀਂ ਦਿਖਿਆ, ਡਾਇਗਰਾਮ ਦਿਖੀ ਨਹੀਂ ਬੇਟਾ ਤੁਹਾਨੂੰ, ਮੈਂ ਦੁਬਾਰਾ ਤੋਂ ਰਿਪੀਟ ਕਰ ਦਿੰਦਾ। ਇਹ ਤਾਂ ਸਮਝ ਆ ਗਿਆ ਸੀ ਤੁਹਾਨੂੰ, ਆਹ ਅਲਫਾ ਐਂਗਲ ਹੈ ਤਾਂ ਆਹ ਵੀ ਅਲਫਾ ਐਂਗਲ। ਕਿਹੜੇ ਐਂਗਲਸ ਹੋ ਗਏ, ਵਰਟੀਕਲੀ ਓਪੋਜ਼ਿਟ ਐਂਗਲਸ ਹੋ ਗਏ। ਆਹ ਦੇਖੋ ਆਹ ਲਾਈਨ ਇੰਟਰਸੈਕਟ ਕਰ ਗਈਆਂ, ਵਰਟੀਕਲੀ ਓਪੋਜ਼ਿਟ ਐਂਗਲਸ ਹੋ ਗਏ, ਹੈ ਨਾ। ਤਾਂ ਜਿਹੜਾ ਤੁਸੀਂ ਬੀਟਾ ਲੈਣਾ ਹੈ ਉਹ ਇਸ ਛੋਟੀ ਟ੍ਰਾਇੰਗਲ ਤੋਂ ਲੈਣਾ ਬੇਟਾ, ਵੱਡੀ ਟ੍ਰਾਇੰਗਲ ਤੋਂ ਨਹੀਂ ਲੈਣਾ। ਇੱਧਰਲੀ ਟ੍ਰਾਇੰਗਲ ਤੋਂ ਲਓ, ਬਸ ਆਹ ਦੋ ਟ੍ਰਾਇੰਗਲਸ ਲੈਣੇ, ਇੱਕ ਆਹ ਇੱਕ ਆਹ। ਇੱਧਰਲੀ ਟ੍ਰਾਇੰਗਲ ਤੋਂ ਟੈਂਜੈਂਟ ਬੀਟਾ ਲੈ ਲਓ, ਠੀਕ ਹੈ। ਪਰਪੈਂਡੀਕੂਲਰ ਅਪੋਨ ਬੇਸ, ਪਰਪੈਂਡੀਕੂਲਰ ਹੈਗਾ A1 B1, ਬੇਸ ਹੈਗਾ B1 C2, ਉਹ ਲਿਖ ਲਿਆ A1 B1 ਅਪੋਨ B1 C2। ਟੈਂਜੈਂਟ ਅਲਫਾ ਬੇਟਾ ਇੱਧਰਲੀ ਟ੍ਰਾਇੰਗਲ ਤੋਂ ਲੈ ਲਓ, ਇਸ ਤੋਂ ਆਹ ਵਾਲੀ ਟ੍ਰਾਇੰਗਲ ਤੋਂ, ਪਰਪੈਂਡੀਕੂਲਰ ਅਪੋਨ ਬੇਸ, ਪਰਪੈਂਡੀਕੂਲਰ A1 B1, ਬੇਸ ਹੈਗਾ B1 C1, ਠੀਕ ਹੈ। A1 B1 B1 C1, A1 B1 ਅਪੋਨ B1 C1। A1 B1 ਨਾਲ A1 B1 ਕੈਂਸਲ ਹੋ ਗਿਆ, B1 C2 ਨੀਚੇ ਆ ਜਾਏਗਾ, B1 C1 ਉੱਪਰ ਚਲਾ ਜਾਏਗਾ, B1 C1 ਅਪੋਨ B1 C2। ਤਾਂ ਬੇਟਾ M ਦਾ B1 C1 ਕਿੰਨਾ, ਦੇਖੋ ਡਾਇਗਰਾਮ 'ਚੋਂ, B1 C1 ਆ ਸੀਗਾ, B1 ਤੋਂ ਲੈ ਕੇ C1 ਤੱਕ ਆ ਸੀਗਾ ਬੇਟਾ, ਕਿਸ ਦੇ ਇਕੁਅਲ ਹੈ, V ਨੋਡ ਫਰਦਰ ਕਿਸ ਦੇ ਇਕੁਅਲ ਹੈ, F ਨੋਡ। ਤਾਂ ਪਲੱਸ F ਨੋਡ ਲਿਖ ਲੈਂਦੇ, B1 C1 ਪਲੱਸ F ਨੋਡ।
B1 C2, B1 तो C2 तक, B1 तो C2 तक माइनस UE, माइनस UE। इस फार्मूले में एम लिख लो, माइनस एफ नोड इंटू 1/UE, इक्वेशन नंबर फर्स्ट। इस फार्मूले में एम लिख लिया है ना। हुण अकॉर्डिंग टू लेंस फार्मूला, लेंस फार्मूला ऑन आई पीस, आई पीस ते लगा दो 1/F इज इक्वल टू 1/V माइनस 1/U होंदा है ना। ये फार्मूला लगा दो FE VE UE, या एवें करो, लेंस फार्मूला होंदा ना 1/F इज इक्वल टू 1/V माइनस 1/U, ये फार्मूला अप्लाई करते हैं। लेंस आई पीस ते लगाना है, किस ते लगाना है बेटा, आई पीस ते। आई पीस की फोकल लेंथ कितनी है FE, आ देखो डायग्राम च, आई पीस की फोकल लेंथ कितनी है प्लस FE, प्लस FE, ठीक है बेटा। इमेज डिस्टेंस, आई पीस वास्ते इमेज डिस्टेंस कितना है, टेल मी, आई पीस वास्ते इमेज डिस्टेंस कितना है, इट इज इक्वल टू माइनस डी, माइनस डी, इमेज डिस्टेंस माइनस डी, क्लियर। ऑब्जेक्ट डिस्टेंस, ऑब्जेक्ट डिस्टेंस आई पीस वास्ते ऑब्जेक्ट डिस्टेंस केड़ा है, आ सीगा आई पीस वास्ते ऑब्जेक्ट A1 B1 है ना बेटा, फॉर आई पीस ऑब्जेक्ट इज A1 B1, तो ऑब्जेक्ट डिस्टेंस कितना बने माइनस UE, माइनस UE। ऑब्जेक्ट डिस्टेंस F पुट करता फोकल लेंथ ऑफ आई पीस पॉजिटिव, V पुट करता माइनस D, U पुट करता माइनस UE। थोड़ा सॉल्व कर दें 1/D उधर ले जाओ, है ना। ये बन जाएगा 1/FE प्लस 1/D 1/UE, माइनस माइनस प्लस हो गया ना। तो बेटा एलसीएम ले लो, एलसीएम 1/UE की वैल्यू कितनी बन जाएगी, FE D प्लस FE, दैट इज द वैल्यू ऑफ 1/UE। ये वैल्यू बेटा ऊपर फर्स्ट इक्वेशन पुट कर दो, पुट इन फर्स्ट इक्वेशन, M इज इक्वल टू माइनस F नोड 1/UE की वैल्यू D FE D, इनू थोड़ा जिहा अरेंज कर दें, फार्मूला सॉल्व है, थोड़ा जिहा अरेंज कर लो, है ना। FE बाहर लिख लो, D नू दोनों नाल डिवाइड कर दो, D/D FE/D, तो फाइनल फार्मूला फॉर मैग्नीफिकेशन बन गया माइनस F नोट बाय FE 1 प्लस FE/D। नहीं विजिबल, वेट अ मिनट, नाउ विजिबल, F नोट बाय FE 1 प्लस FE/D किमें आया देखो। M की डेफिनेशन के अकॉर्डिंग M इज इक्वल टू बीटा बाय अल्फा, बिकॉज एंगल स्मॉल सी रिप्लेस बाय देयर टेंजेंट्स, टेंजेंट बीटा ते टेंजेंट अल्फा की वैल्यू, टेंजेंट बीटा की वैल्यू बेटा छोटी ट्रायंगल तो पुट करती A1 B1 अपॉन B1 C2, टेंजेंट अल्फा की वैल्यू इधरली ट्रायंगल तो पुट करती A1 B1 अपॉन B1 C1। पुटिंग करने तो बाद सॉल्व कर लिया, वैल्यूज पुट करतियाँ, इक्वेशन बना ली, माइनस F नोट 1/UE, 1/UE लेंस आई पीस देना बेटा ऑब्जेक्ट डिस्टेंस, आई पीस ते सी लेंस फार्मूला अप्लाई किया, आई पीस ते लेंस फार्मूला अप्लाई किया, उस वैल्यूज पुट की 1/UE की वैल्यू फाइंड आउट कर ली, 1/UE की वैल्यू फर्स्ट इक्वेशन पुट करके मैग्नीफाइंग पावर बन जाएगी, है ना। ये फार्मूला उदों लगाना है बेटा, बी केयरफुल, ये फार्मूला उदों लगाना है जो ऑब्जेक्ट कितने लाई करे इनफिनिटी ते, ऑब्जेक्ट कितने लाई करे इनफिनिटी ते, एंड इमेज कितने बने एट लीस्ट डिस्टेंस ऑफ डिस्टिंग विजन, नियर पॉइंट ते बने इमेज, इमेज इज फॉर्मड एट नियर पॉइंट एट लीस्ट डिस्टेंस ऑफ डिस्टिंग विजन, क्लीयर बेटा। चलो ये वो केस सीगा जो टैलीस्कोप इमेज बनावे लीस्ट डिस्टेंस ऑफ डिस्टिंग विजन ते, है ना। हुण इहदा एक केस हो रहा बेटा जो टैलीस्कोप इमेज बनाएगा एट फार पॉइंट, केस सेकंड, यस केस सेकंड, व्हेन telescope forms image at far point, far point मतलब infinity, infinity मतलब telescope is used under normal adjustment, ये वाला केस द एम का फार्मूला ड्राइव करना है, रे डायग्राम बनानी, ठीक है। तो ओमी डायग्राम बनानी शुरू करांगे बेटा, डायग्राम आप स्टार्ट करांगे
ਪਹਿਲਾਂ ਆਬਜੈਕਟਿਵ ਲੈਂਸ ਬਣਾਵਾਂਗੇ। ऑब्जेक्टिव लेंस, ठीक है। ऑप्टिकल सेंटर C1, फोकल लेंथ F नोड, प्रिंसिपल एक्सिस फोकस दूर लो, हाँ लाइक दिस, क्लियर। इमेज रे डायग्राम बनानी इधर ही शुरू करो जिवें पिछले क्वेश्चन च स्टार्ट की सी, बिकॉज ऑब्जेक्ट लाइज एट इनफिनिटी, उस तो पैरलर रेज आनगियां, इमेज कित्थे बनेगी फोकस ते, फोकस ते पहला इमेज बना लो A1 B1 है ना, जिहड़ी रे प्रिंसीपल एक्सिस दे पैरलर है उन्होंने किस चो पास आउट करवा दो बेटा, फोकस चो, लाइक दिस। ये आपां कहांगे भी ये रे फोकस चो आई है ना, तो लेंस चो पास आउट होने तो बाद प्रिंसीपल एक्सिस दे की होगी पैरलर। दूसरी रे जिहड़ी ऑप्टिकल सेंटर चो जाएगी इट गोज अनडेविएटेड, आ वालियां पैरलर रेज बन गई। आपां कहांगे भी ऑब्जेक्ट इनफिनिटी ते है, उस तो किहड़ियां रेज आउणगियां पैरलर रेज, कित्थे इमेज बनेगी फोकस ते, ठीक है। इस तो बाद की बनाओ आई पीस, थोड़े डिस्टेंस से आई पीस बना लो, वह सेंटर हो गया C2, वही फोकल लेंथ होगी FE। हुण आपां ने फाइनल इमेज, लिसन, फाइनल इमेज कित्थे बनानी है, इनफिनिटी ते बनानी है। फाइनल इमेज इनफिनिटी ते कदों बनती होंदी है, जदों ऑब्जेक्ट लाइज ऑन फोकस, वैन ऑब्जेक्ट लाइज ऑन फोकस दैन फाइनल इमेज इज फॉर्मड एट इनफिनिटी। तो बेटा आपां जिहड़ी आ इमेज है, वेट अ मिनट, जिहड़ी आ इमेज है, ये इमेज ही आई पीस वास्ते किस दा रोल प्ले कर रही है बेटा, ऑब्जेक्ट दा। ये आई पीस दे फोकस ते लाई करेगी, फोकस ते मतलब दोनों का फोकस इक्को पॉइंट ते जदों कोइनसाइड कर जे, है ना, फिर इमेज फार पॉइंट ते बनेगी। फिर असीं ये कहांगे ना, देखो असीं ये बोलांगे भी ऑब्जेक्ट कित्थे पई है इनफिनिटी ते, उत्थों किहड़ियां रेज आ रही ने पैरलर, ऑब्जेक्ट कित्थे पई है बेटा इनफिनिटी ते, उत्थों किहड़ियां रेज आ रही ने पैरलर, वो पैरलर रेज मीट होने करके की बन गई इमेज, बन गई किस ते बन गई फोकस ते। ओह इमेज आई पीस वास्ते किस दा रोल प्ले करेगी ऑब्जेक्ट दा, ते आई पीस दे फोकस ते लाई करेगी, लाइज ऑन द फोकस ऑफ द आई पीस इहदी इनफिनिटी ते इमेज बना देगा। किवें बनाएगा देखो, है ना, इत्थों एक रे जिहड़ी प्रिंसीपल एक्सिस दे पैरलर है, ये किस चो पास आउट होएगी बेटा फोकस चो। दूसरी रे जिहड़ी ऑप्टिकल सेंटर चो जाएगी गोज अनडेविएटेड, है ना, ये दोनों रेज इनफिनिटी ते जाके पैरलर ही चली जाएंगी बेटा, पैरलर चलिया जाएंगियां एट इनफिनिटी ते मीट करनगियां, दीज रेज, है ना, पैरलर ही आईयां सी, पैरलर ही चलिया गईयां, इनफिनिटी ते मीट करनगियां, इमेज इज फॉर्मड एट फार पॉइंट, ठीक है। इमेज कित्थे बनेगी फार पॉइंट ते बनेगी, है ना। हुण स्टूडेंट्स बहुत वारी स्टूडेंट्स के माइंड च क्वेश्चन आता होंगे, थोड़े भी माइंड च आ रहा होएगा, मैं थोड़ा क्वेश्चन दस दिना फिर मैं थोड़ा आंसर दसदा। क्वेश्चन ये आता होंगे बच्चे के माइंड च भी, सर इस केस च तो फिर पैरलर ही रेज आईयां सीगियां, इनफिनिटी तो ही रेज आईयां सी, इनफिनिटी ते ही चलिया गईयां, फिर फायदा की होया टैलीस्कोप लगाने का, भी रेज इनफिनिटी ते ही आईयां सी, इनफिनिटी ते ही चलिया गईयां, वाई वी यूज टैलीस्कोप, इनफिनिटी तो ही आईयां सी, उन्होंने इनफिनिटी ते ही भेजता, भी असीं टैलीस्कोप क्यों यूज़ किया। तो बेटा मैं थोड़ा दस रहा, ये दोनों इनफिनिटीज़ का मीनिंग अलग अलग है। इस इनफिनिटी का मतलब तो यह है भी एट वैरी वैरी लार्ज डिस्टेंस, जिन्हों अपनी आई नहीं देख सकती, इस इनफिनिटी का मतलब वो है भी ऑब्जैक्ट लार्ज डिस्टेंस पर पई है, साडी नेकड आई नाल वो ऑब्जैक्ट नहीं दिख पा रही। इस इनफिनिटी का मतलब फार पॉइंट वाली इनफिनिटी है ना, मतलब ये इनफिनिटी आपां नूं दिखाई देगी, क्लीयर दिखाई देगी, विदाउट एनी स्ट्रैस एंड स्ट्रेन दिखाई देगी। मतलब ये वाली इनफिनिटी वो इनफिनिटी है जिथों ऑब्जैक्ट दिखाई नहीं दे रही सी, एंड ये इनफिनिटी वो इनफिनिटी है फार पॉइंट वाली। फार पॉइंट वाली इनफिनिटी मैं थोनों चैप्टर के स्टार्टिंग च दस्सिया सी ना बेटा, फार पॉइंट इनफिनिटी ते हुंदा है, जिहड़ी फार पॉइंट किस पॉइंट नूं कहंदे ने, जिस पॉइंट तो ऑब्जैक्ट क्लीयरली दिखे
ਵਿਦਆਊਟ ਐਨੀ ਸਟ੍ਰੈਸ ਵਿਦਆਊਟ ਐਨੀ ਸਟ੍ਰੇਨ ਦਿਖੇ। ਇਹ ਉਹ ਵਾਲਾ ਇਨਫਿਨਿਟੀ ਹੈ ਬੇਟਾ, ਇਹ ਵੈਰੀ ਵੈਰੀ ਲਾਰਜ ਡਿਸਟੈਂਸ ਵਾਲਾ ਇਨਫਿਨਿਟੀ ਨਹੀਂ ਹੈਗਾ। ਮੈਂ ਤੁਹਾਨੂੰ ਇਹ ਪੁਆਇੰਟ ਸਟਾਰਟਿੰਗ 'ਚ ਵੀ ਕਲੀਅਰ ਕੀਤਾ ਸੀਗਾ, ਠੀਕ ਹੈ। ਇਹ ਇਨਫਿਨਿਟੀ ਦਾ ਮਤਲਬ ਹੈ ਵੀ ਆਹ ਵਾਲੀ ਇਨਫਿਨਿਟੀ ਦਾ ਮਤਲਬ ਹੈ ਓਬਜੈਕਟ ਇਜ਼ ਪਲੇਸਡ ਐਟ ਲਾਰਜ ਡਿਸਟੈਂਸ, ਜਿਸ ਨੂੰ ਆਪਣੀ ਆਈ ਕਲੀਅਰਲੀ ਨਹੀਂ ਦੇਖ ਸਕਦੀ। ਦੈਟਸ ਵਾਈ ਵੀ ਆਰ ਯੂਜ਼ਿੰਗ ਟੈਲੀਸਕੋਪ। ਟੈਲੀਸਕੋਪ ਯੂਜ਼ ਕਰਕੇ ਅਸੀਂ ਇਸ ਓਬਜੈਕਟ ਦੀ ਇਮੇਜ ਕਿੱਥੇ ਬਣਾਤੀ, ਫਾਰ ਪੁਆਇੰਟ ਬਣਾਤੀ। ਫਾਰ ਪੁਆਇੰਟ ਕਿੱਥੇ ਲਾਈ ਕਰਦਾ, ਇਨਫਿਨਿਟੀ ਤੇ। ਇਨਫਿਨਿਟੀ ਮਤਲਬ ਉਹ ਇਨਫਿਨਿਟੀ ਜਿਹੜਾ ਸਾਨੂੰ ਕਲੀਅਰਲੀ ਦਿਖੇਗਾ ਵਿਦਆਊਟ ਐਨੀ ਸਟ੍ਰੈਸ ਐਂਡ ਵਿਦਆਊਟ ਐਨੀ ਸਟ੍ਰੇਨ। ਤਾਂ ਤੁਸੀਂ ਇਹ ਦੇਖੋ ਵੀ ਅਸੀਂ ਟੈਲੀਸਕੋਪ ਕਿਉਂ ਯੂਜ਼ ਕੀਤਾ। ਟੈਲੀਸਕੋਪ ਇਸ ਲਈ ਯੂਜ਼ ਕੀਤਾ ਵੀ ਸਾਨੂੰ ਜਿਹੜੀ ਓਬਜੈਕਟ ਨਹੀਂ ਦਿਖ ਰਹੀ ਸੀ ਉਸ ਨੂੰ ਅਸੀਂ ਦੇਖਣਾ ਸ਼ੁਰੂ ਕਰਤਾ। ਸਮਝ ਗਏ। ਇਸ ਇਨਫਿਨਿਟੀ ਦਾ ਮਤਲਬ ਅਲੱਗ ਹੈ, ਇਸ ਇਨਫਿਨਿਟੀ ਦਾ ਮਤਲਬ ਅਲੱਗ ਹੈ। ਇਹ ਇਨਫਿਨਿਟੀ ਹੈਗਾ ਐਟ ਵੈਰੀ ਵੈਰੀ ਲਾਰਜ ਡਿਸਟੈਂਸ, ਜਿਹੜੀ ਸਾਨੂੰ ਨੇਕਡ ਆਈ ਨਾਲ ਦਿਖਾਈ ਨਹੀਂ ਦੇ ਰਹੀ। ਇਹ ਇਨਫਿਨਿਟੀ ਹੈਗਾ ਫਾਰ ਪੁਆਇੰਟ ਵਾਲਾ, ਜਿਹੜਾ ਸਾਨੂੰ ਨੇਕਡ ਆਈ ਨਾਲ ਵੀ ਦਿਖਾਈ ਦਿੰਦਾ ਹੈ ਵਿਦਆਊਟ ਐਨੀ ਸਟ੍ਰੈਸ ਐਂਡ ਵਿਦਆਊਟ ਐਨੀ ਸਟ੍ਰੇਨ। ਤਾਂ ਕਨਫਿਊਜ਼ ਨਹੀਂ ਹੋਣਾ ਬੇਟਾ, ਕਲੀਅਰ। ਅੱਛਾ, ਹੁਣ ਡਿਸਟੈਂਸਿਸ ਮੇਜ਼ਰ ਕਰ ਲੈਂਦੇ ਹਾਂ ਇੱਕ ਵਾਰੀ ਆਪਾਂ। ਜਿਹੜਾ ਓਬਜੈਕਟਿਵ ਲੈਂਸ ਤੋਂ ਓਬਜੈਕਟ ਦਾ ਡਿਸਟੈਂਸ ਹੋ ਗਿਆ, ਓਬਜੈਕਟ ਦਾ ਡਿਸਟੈਂਸ ਤਾਂ ਹੋ ਗਿਆ ਬੇਟਾ ਇਨਫਿਨਿਟੀ, ਠੀਕ ਹੈ। ਓਬਜੈਕਟਿਵ ਲੈਂਸ ਤੋਂ ਇਮੇਜ ਦਾ ਡਿਸਟੈਂਸ ਵੀ ਨੋਡ, ਐਂਡ ਵੀ ਨੋਡ ਕਿਸ ਦੇ ਇਕੁਅਲ ਹੈ, ਐਫ ਨੋਡ ਦੇ, ਪੋਜ਼ਿਟਿਵ ਹੈ ਨਾ। ਫਿਰ ਆਈ ਪੀਸ ਤੋਂ ਬੇਟਾ ਓਬਜੈਕਟ ਦਾ ਡਿਸਟੈਂਸ, ਦਿਸ ਇਜ਼ A1 B1 ਬਿਹੇਵਸ ਲਾਈਕ A1 B1 ਬਿਹੇਵਸ ਲਾਈਕ ਓਬਜੈਕਟ ਫॉर आई पीस। सो ये बन गया ऑब्जेक्ट डिस्टेंस फॉर आई पीस, ठीक है बेटा। एंड यू ई किस दे इक्वल होएगा, सेंटर तो फोकस तक का डिस्टेंस, फोकल लेंथ। इस केस जेड़ा यू ई है फोकल लेंथ दे इक्वल होएगा, एफ ई दे इक्वल होएगा। यू ई इज इक्वल टू एफ ई। एंड फाइनल इमेज कितने बन रही है बेटा, इनफिनिटी। तो वी ई कितना होएगा, इनफिनिटी, है ना। तो जेड़ा ये लेंथ एक लेंस तो दूसरे लेंस तक का जो डिस्टेंस है, दिस इज नोन एज लेंथ। लेंथ आएगा वी नोड प्लस यू ई ਦੀ ਪੋਜ਼ਿਟਿਵ ਵੈਲਿਊ। ਵੀ ਨੋਡ ਦੀ ਜਗ੍ਹਾ ਤੁਸੀਂ ਐਫ ਨੋਡ ਵੀ ਯੂਜ਼ ਕਰ ਸਕਦੇ ਹੋ, ਯੂ ਈ ਦੀ ਜਗ੍ਹਾ ਤੁਸੀਂ ਐਫ ਈ ਵੀ ਯੂਜ਼ ਕਰ ਸਕਦੇ ਹੋ। ਵੀ ਨੋਡ ਐਫ ਨੋਡ ਦੇ ਇਕੁਅਲ ਹੈ, ਐਫ ਵੀ ਨੋਡ ਦੀ ਜਗ੍ਹਾ ਐਫ ਨੋਡ ਯੂਜ਼ ਕਰ ਸਕਦੇ ਹੋ, ਯੂ ਈ ਐਫ ਈ ਦੇ ਇਕੁਅਲ ਹੈ, ਯੂ ਈ ਦੀ ਜਗ੍ਹਾ ਐਫ ਈ ਯੂਜ਼ ਕਰ ਸਕਦੇ ਹੋ। ਕਲੀਅਰ, ਕੋਈ ਕਨਫਿਊਜ਼ਨ, ਸਮਝ ਆ ਗਿਆ। ਇਹ ਡਾਇਗਰਾਮ ਹੋ ਗਈ ਐਮ ਮੈਗਨੀਫਾਈਂਗ ਪਾਵਰ ਦੀ ਡੈਫੀਨੇਸ਼ਨ। ਇਟ ਮੇ ਬੀ defined as the angle subtends by image on eye, angle subtends by image on eye to the angle subtends by object on eye when both are at infinity। फर्क है डेफिनेशन च, पिछले केस च डेफिनेशन च फर्क है, जो इस केस च डेफिनेशन है वो अलग है। पिछले केस की डेफिनेशन च इमेज असी लिती सी वैन इट इज़ एट लीस्ट डिस्टेंस ऑफ डिस्टिंक्ट विजन, एंड ऑब्जेक्ट लिता सी इनफिनिटी वाला। इस केस च इमेज भी इनफिनिटी थे, इमेज भी इनफिनिटी थे एंड ऑब्जेक्ट भी इनफिनिटी थे। सो हेयर इज़ अवर आई। सो बेटा इमेज का जो एंगल आई ते बनाना है तो आई पीस नाल बना लो, ऑब्जेक्ट का जो एंगल आई ते बनाना है वो ऑब्जेक्टिव नाल बना लो। ये तो थोनों मैं पिछले केस च भी दसता है ना भी ये एंगल जिन्ना फ्रंट लेंस ते बनेगा उन्ना ही बैक लेंस ते बनेगा। बैक लेंस ते बनाना पेगा, फ्रंट लेंस ते बनया ही होया है ना। तो यही एंगल इत्थे बनेगा। ये ऑब्जेक्ट का एंगल हो गया, ये इमेज का एंगल हो गया। ये अल्फा है तो बेटा ये एंगल भी अल्फा, वर्टिकली ओपोजिट एंगल्स। एम की डेफिनेशन दे अकॉर्डिंग है ना आप फार्मूला लिख लिया, एंगल सबटेंड बाय इमेज ऑन आई टू द एंगल सबटेंड बाय ऑब्जेक्ट ऑन आई। बिकॉज एंगल स्मॉल है दे आर रिप्लेसड बाय देयर टेंजेंट्स। टेंजेंट बीटा की वैल्यू बेटा वही इधरली ट्रायंगल तो पुट कर लो, इस ट्रायंगल तो A1 B1 C2 तो परपेंडिकुलर अपॉन बेस A1 B1 अपॉन B1 C2, A1 B1 अपॉन B1 C2 एंड टेंजेंट अल्फा की वैल्यू इधरली ट्रायंगल तो पुट कर लो बेटा, टेंजेंट अल्फा की वैल्यू इस ट्रायंगल तो पुट कर लो। परपेंडिकुलर अपॉन बेस A1 B1 अपॉन B1 C1 है ना, A1 B1 अपॉन B1 C1 क्लियर। A1 B1 नाल A1 B1 कैंसल, B1 C1 ऊपर B1 C2 नीचे, तो M आ गया B1 C1 अपॉन B1 C2। B1 C1 देखो डायग्राम चो B1 C1 अपने को हैगा
ਅਸੀਂ B1 C1 ਵਿਚ ਇਜ਼ ਇਕੁਅਲ ਟੂ V ਨੋਡ ਜਾਂ F ਨੋਡ, F ਨੋਡ B1 C2 ਆ ਸੀਗਾ B1 C2, ਇਹ ਆਪਣੇ ਕੋਲ ਆ ਸੀਗਾ ਮਾਈਨਸ UE ਜਾਂ ਮਾਈਨਸ FE ਹੈ ਨਾ। ਤਾਂ M ਦਾ ਫਾਰਮੂਲਾ ਬਣ ਗਿਆ ਮਾਈਨਸ F ਨੋਡ ਬਾਈ FE। ਬਟ ਇਹ ਫਾਰਮੂਲਾ ਉਦੋਂ ਲਗਾਉਣਾ ਵੈਨ ਫਾਈਨਲ ਇਮੇਜ ਇਜ਼ ਫਾਰਮਡ ਐਟ ਫਾਰ ਪੁਆਇੰਟ, ਠੀਕ ਹੈ। ਐਂਡ ਬੇਟਾ ਜਿਹੜਾ ਫਸਟ ਕੇਸ ਦਾ ਫਾਰਮੂਲਾ ਸੀ ਉਹ ਆ ਸੀਗਾ, ਇਹ ਫਾਰਮੂਲਾ ਉਦੋਂ ਲਗਾਉਣਾ ਵੈਨ ਫਾਈਨਲ ਇਮੇਜ ਇਜ਼ ਫਾਰਮਡ ਐਟ ਨੀਅਰ ਪੁਆਇੰਟ, ਜਦੋਂ ਫਾਈਨਲ ਇਮੇਜ ਨੀਅਰ ਪੁਆਇੰਟ 'ਤੇ ਬਣੇ, ਨੀਅਰ ਪੁਆਇੰਟ 'ਤੇ ਫਿਰ ਆਹ ਫਾਰਮੂਲਾ ਲਗਾਉਣਾ ਹੈ ਨਾ। ਐਂਡ ਜਦੋਂ ਫਾਈਨਲ ਇਮੇਜ ਫਾਰ ਪੁਆਇੰਟ 'ਤੇ ਬਣੇ, ਫਾਰ ਪੁਆਇੰਟ 'ਤੇ ਫਿਰ ਆਹ ਫਾਰਮੂਲਾ ਲਗਾਉਣਾ। ਕਲੀਅਰ? ਕੋਈ ਕਨਫਿਊਜ਼ਨ? ਇਹ ਦੋਨੇ ਹੈਗੇ, ਕੋਈ ਕਨਫਿਊਜ਼ਨ ਇਹਨਾਂ 'ਚੋਂ ਬੇਟਾ? ਸਮਝ ਆ ਗਿਆ? ਇਹ ਜਿਹੜੇ ਦੋਨੇ ਕੇਸਿਸ ਹੈ, ਇਹਨਾਂ ਦੋਨਾਂ ਕੇਸਿਸ 'ਚ ਆਪਾਂ ਨੇ ਲੈਂਸ ਯੂਜ਼ ਕੀਤੇ ਨੇ, ਵੀ ਯੂਜ਼ ਲੈਂਸ। ਸੋ ਆਪਾਂ ਇਹ ਕਿਹੜੇ ਟੈਲੀਸਕੋਪ ਯੂਜ਼ ਕੀਤੇ ਨੇ? ਰੀਫਰੈਕਟਿੰਗ ਟਾਈਪ ਟੈਲੀਸਕੋਪਸ, ਰੀਫਰੈਕਟਿੰਗ ਟਾਈਪ ਟੈਲੀਸਕੋਪਸ ਇਹ ਕੀਤੇ ਨੇ ਬੇਟਾ ਆਪਾਂ ਨੇ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਰਿਹਾ ਰਿਫਲੈਕਟਿੰਗ ਟਾਈਪ ਟੈਲੀਸਕੋਪਸ ਬਾਰੇ, ਥੋੜ੍ਹਾ ਜਿਹਾ ਆਪਾਂ ਡਿਸਕਸ ਕਰ ਰਹੇ ਹਾਂ ਹੈ ਨਾ, ਰਿਫਲੈਕਟਿੰਗ ਟਾਈਪ ਟੈਲੀਸਕੋਪਸ ਬਾਰੇ। ਇਹਨਾਂ ਬਾਰੇ ਵੀ 2 ਮਾਰਕਸ ਦਾ ਰੀਜ਼ਨਿੰਗ ਕੁਐਸਚਨ ਬਣ ਕੇ ਆ ਸਕਦਾ ਹੈ। ਓਕੇ, ਮੈਂ ਰਿਫਲੈਕਟਿੰਗ ਟਾਈਪ ਟੈਲੀਸਕੋਪ ਬਾਰੇ ਦੱਸ ਰਿਹਾ ਬੇਟਾ। ਓਕੇ, ਬਸ ਥੋੜ੍ਹਾ ਪੁਆਇੰਟ ਹੈ, 5 ਮਿੰਟ ਦੇ ਵਿੱਚ ਆਪਣੀ ਵੀਡੀਓ ਫਿਨਿਸ਼ ਹੋ ਜਾਏਗੀ ਹੈ ਨਾ। ਫਸਟ ਟੈਲੀਸਕੋਪ is known as Cassegrainian telescope। ਇਹ ਕੈਸਗ੍ਰੇਨ ਨੇ ਬਣਾਇਆ ਸੀਗਾ, ਕੈਸਗ੍ਰੇਨੀਅਨ ਟੈਲੀਸਕੋਪ, CASSEGRANIAN, ਕੈਸਗ੍ਰੇਨੀਅਨ ਟੈਲੀਸਕੋਪ, ਠੀਕ ਹੈ ਬੇਟਾ। ਕੈਸਗ੍ਰੇਨ ਨੇਮ ਦੇ ਸਾਇੰਟਿਸਟ ਨੇ ਬਣਾਇਆ ਸੀਗਾ। ਇਟ ਇਜ਼ ਅ ਰਿਫਲੈਕਟਿੰਗ ਟਾਈਪ ਟੈਲੀਸਕੋਪ, ਰਿਫਲੈਕਟਿੰਗ ਟਾਈਪ ਟੈਲੀਸਕੋਪ। ਇਸ 'ਚ ਨਾ ਰਿਫਲੈਕਸ਼ਨ ਯੂਜ਼ ਹੁੰਦੀ ਹੈ। ਇਸ 'ਚ ਨਾ ਆਈ ਪੀਸ ਦਾ ਰੋਲ, ਤਾਂ ਜਿਹੜਾ ਆਈ ਪੀਸ ਹੈ, ਆਈ ਪੀਸ ਬਿਹੇਵਸ ਲਾਈਕ ਸਿੰਪਲ ਮਾਈਕਰੋਸਕੋਪ। ਇਹਦਾ ਰੋਲ ਤਾਂ ਕਨਵੈਕਸ ਲੈਂਸ ਤੋਂ ਹੀ ਲਿੱਤਾ ਜਾਂਦਾ, ਬਟ ਜਿਹੜਾ ਓਬਜੈਕਟਿਵ ਦਾ ਰੋਲ ਹੈ, ਓਬਜੈਕਟਿਵ ਦਾ ਉਹ ਕਨਕੇਵ ਮਿਰਰ ਤੋਂ ਯੂਜ਼ ਕੀਤਾ ਜਾਂਦਾ, ਕਨਕੇਵ ਮਿਰਰ ਹੈ ਨਾ। ਆਈ ਪੀਸ ਦਾ ਰੋਲ ਤਾਂ ਕਨਵੈਕਸ ਲੈਂਸ ਤੋਂ ਹੀ ਲਿੱਤਾ ਜਾਂਦਾ, ਓਬਜੈਕਟਿਵ ਦਾ ਰੋਲ ਕਨਕੇਵ ਮਿਰਰ ਤੋਂ ਲਿੱਤਾ ਜਾਂਦਾ। ਕਿਵੇਂ? ਮੈਂ ਤੁਹਾਨੂੰ ਦੱਸਦਾ। ਆਹ ਦੇਖੋ, ਇਸ 'ਚ ਇੱਕ ਬਹੁਤ ਵੱਡਾ ਕਨਕੇਵ ਮਿਰਰ ਹੁੰਦਾ, ਉਸ ਕਨਕੇਵ ਮਿਰਰ ਦੇ ਸੈਂਟਰ 'ਚ ਹੋਲ ਕਰਕੇ ਇੱਥੇ ਆਈ ਪੀਸ ਸੈੱਟ ਕੀਤਾ ਜਾਂਦਾ, ਕਨਵੈਕਸ ਲੈਂਸ। ਦਿਸ ਇਜ਼, ਆਹ ਜਿਹੜਾ ਲੈਂਸ ਹੈ ਨਾ ਬੇਟਾ, ਆਹ ਵਾਲਾ, ਦਿਸ ਇਜ਼ convex lens, works as eyepiece, and this one is concave mirror, works like objective। ठीक है, ਕਨਕੇਵ ਮਿਰਰ ਦੇ ਫੋਕਸ ਆ ਹੋ ਗਿਆ, ਕਨਕੇਵ ਮਿਰਰ ਦਾ ਫੋਕਸ। ਇਸ ਫੋਕਸ ਤੋਂ ਪਹਿਲਾਂ ਹੀ ਇੱਕ ਰੱਖਿਆ ਜਾਂਦਾ ਇੱਥੇ ਕਨਵੈਕਸ ਮਿਰਰ। ਦਿਸ ਇਜ਼ ਕਨਵੈਕਸ ਮਿਰਰ। ਹੁਣ ਉਹ ਵਰਕ ਕਿਵੇਂ? ਬਸ ਆਹੀ ਹੈ ਟੈਲੀਸਕੋਪ ਬੇਟਾ, ਇੰਨਾ ਕੀ ਹੈ। ਦਿਸ ਇਜ਼ ਦ ਟੈਲੀਸਕੋਪ, ਕੈਸਗ੍ਰੇਨੀਅਨ ਟੈਲੀਸਕੋਪ। ਹੁਣ ਇਹ ਵਰਕ ਕਿਵੇਂ ਕਰਦਾ ਸੁਣੋ। ਓਬਜੈਕਟ ਲਾਈਜ਼ ਐਟ ਇਨਫਿਨਿਟੀ। ਓਬਜੈਕਟ ਤੋਂ ਕਿਹੜੀਆਂ ਰੇਜ਼ ਆਉਣਗੀਆਂ? ਪੈਰਲਲ ਰੇਜ਼। ਓਬਜੈਕਟ ਇਨਫਿਨਿਟੀ 'ਤੇ ਲਾਈ ਕਰ ਰਿਹਾ, ਓਬਜੈਕਟ ਤੋਂ ਪੈਰਲਲ ਰੇਜ਼ ਆਉਂਦੀਆਂ ਨੇ। ਇਹ ਪੈਰਲਲ ਰੇਜ਼ ਬੇਟਾ ਇਹ ਵਾਲਾ ਲੈਂਸ ਫੋਕਸ ਵੱਲ ਨੂੰ ਮੋੜ ਦਿੰਦਾ, ਲਾਈਕ ਦਿਸ। ਇਹ ਕਨਕੇਵ ਮਿਰਰ 'ਤੇ ਟਕਰਾਉਂਦੀਆਂ ਨੇ ਬੇਟਾ, ਕਨਕੇਵ ਮਿਰਰ ਇਹਨਾਂ ਨੂੰ ਫੋਕਸ ਵੱਲ ਨੂੰ ਮੋੜ ਦਿੰਦਾ, ਪਰ ਇਹ ਫੋਕਸ 'ਤੇ ਪਹੁੰਚ ਨਹੀਂ ਪਾਉਂਦੀਆਂ। ਫੋਕਸ ਤੋਂ ਪਹਿਲਾਂ ਹੀ ਕੀ ਪਿਆ ਹੁੰਦਾ ਬੇਟਾ? ਸਿੰਪਲ ਜੀ ਗੱਲ ਹੈ, ਜਿਹੜੀਆਂ ਰੇਜ਼ ਪੈਰਲਰ ਹੁੰਦੀਆਂ ਨੇ ਨਾ, ਪੈਰਲਰ ਰੇਜ਼ ਉਹ ਫੋਕਸ 'ਤੇ ਮੀਟ ਕਰਦੀਆਂ ਹੁੰਦੀਆਂ ਨੇ। ਪਤਾ ਕਿ ਨਹੀਂ ਪਤਾ? ਜਿਹੜੀਆਂ ਰੇਜ਼ ਪੈਰਲਰ ਹੁੰਦੀਆਂ ਨੇ ਉਹ ਕਿਸ 'ਤੇ ਮੀਟ ਕਰਦੀਆਂ ਹੁੰਦੀਆਂ ਨੇ? ਫੋਕਸ 'ਤੇ। ਤਾਂ ਇਹ ਓਬਜੈਕਟ ਇਨਫਿਨਿਟੀ 'ਤੇ ਲਾਈ ਕਰ ਰਿਹਾ,
ਹੈ ਨਾ। ਇਹ ਪੈਰਲਲ ਰੇਜ਼ ਮਿਰਰ ਤੇ ਟਕਰਾਉਣਗੀਆਂ, ਮਿਰਰ ਇਹਨਾਂ ਨੂੰ ਕਿੱਧਰ ਨੂੰ ਮੋੜ ਦੇਗਾ, ਫੋਕਸ ਵੱਲ ਨੂੰ। ਫੋਕਸ ਤੇ ਨਹੀਂ ਪਹੁੰਚ ਪਾਉਣਗੇ ਕਿਉਂਕਿ ਰਸਤੇ 'ਚ ਕੀ ਪਿਆ, ਕਨਵੈਕਸ ਮਿਰਰ ਤੇ ਟਕਰਾ ਕੇ ਉਹ ਫਰਦਰ ਡਿਫਲੈਕਟ ਹੋ ਜਾਂਦੀਆਂ ਨੇ ਐਂਡ ਮੀਟ ਕਰਦੀਆਂ ਨੇ ਬੇਟਾ ਜਸਟ ਇਨ ਫਰੰਟ ਆਫ ਦਾ ਕਨਵੈਕਸ ਲੈਂਸ। ਇੱਥੇ ਬਣਦੀ ਹੈ ਇਮੇਜ, ਸਮਝ ਗਏ। ਉਰੇ ਇਮੇਜ ਬਣਦੀ ਹੈ। ਇਹ ਇਮੇਜ ਆਈ ਪੀਸ ਵਾਸਤੇ ਕਿਸ ਦਾ ਰੋਲ ਪਲੇ ਕਰਦੀ ਹੈ, ਆਬਜੈਕਟ ਦਾ। For eyepiece, this image behaves like object. Eyepiece behaves like simple microscope and magnifies it further. ਇਹਨੂੰ further magnify ਕਰ ਦਿੰਦਾ। Clear? This is Cassegrainian telescope. ਇੰਨਾ ਕਹਿ ਬੇਟਾ reflecting type telescope. Clear? Okay. ਇਸ ਨੂੰ ਥੋੜਾ ਜਿਹਾ ਮੋਡੀਫਾਈ ਕੀਤਾ ਸੀ ਨਿਊਟਨ ਨੇ। ਉਹਨੇ ਆਪਣਾ ਇੱਕ ਟੈਲੀਸਕੋਪ ਬਣਾਇਆ ਸੀ, ਨਿਊਟੋਨੀਅਨ ਟੈਲੀਸਕੋਪ। ਨਿਊਟਨ ਨੇ ਕੀ ਕੀਤਾ ਸੀਗਾ, ਇੱਕ ਤਾਂ ਉਹਨੇ ਬੇਟਾ ਸਾਰਾ ਕੁਝ ਸੇਮ ਸੀਗਾ, ਦੇਖੋ ਮੈਂ ਤੁਹਾਨੂੰ ਦੱਸਦਾ। ਇੱਕ ਤਾਂ ਉਹਨੇ ਜਿਹੜਾ ਕੈਸਗਰੇਨ ਦਾ ਜਿਹੜਾ ਆ ਸੀ ਨਾ ਆਈ ਪੀਸ, ਉਹ ਕਨਕੇਵ ਮਿਰਰ ਦੇ ਅੰਦਰ ਲਾਈ ਕਰਦਾ ਸੀਗਾ। ਕੈਸਗਰੇਨ ਟੈਲੀਸਕੋਪ ਦੇ ਵਿੱਚ ਜਿਹੜਾ ਆਈ ਪੀਸ ਹੈ ਨਾ ਕਨਵੈਕਸ ਲੈਂਸ, ਉਹ ਕਨਕੇਵ ਮਿਰਰ ਦੇ ਇਨਸਾਈਡ ਤੋਂ ਪਾਇਆ ਗਿਆ ਸੀਗਾ ਅੰਦਰੋਂ। ਨਿਊਟਨ ਨੇ ਇਹਨੂੰ ਬਾਹਰ ਕੱਢਤਾ ਸੀ ਸਾਈਡ 'ਤੇ, ਬਸ ਇੱਧਰ। ਕਨਵੈਕਸ ਮਿਰਰ ਦੀ ਜਗ੍ਹਾ ਉਹਨੇ ਪਲੇਨ ਮਿਰਰ ਯੂਜ਼ ਕੀਤਾ। ਕਨਵੈਕਸ ਮਿਰਰ ਦੀ ਜਗ੍ਹਾ ਕਿਹੜਾ ਮਿਰਰ ਯੂਜ਼ ਕੀਤਾ, ਪਲੇਨ ਮਿਰਰ। ਆਹ ਕਨਵੈਕਸ ਲੈਂਸ ਬਾਹਰ ਕੱਢਤਾ, ਬਸ ਇੰਨਾ ਕੁ ਫਰਕ ਹੈ ਨਾ। ਕਿਵੇਂ ਦੇਖੋ ਹੁਣ ਇਹ ਵਰਕ ਕਰੇਗਾ ਨਿਊਟੋਨੀਅਨ ਟੈਲੀਸਕੋਪ। ਨਿਊਟੋਨੀਅਨ ਟੈਲੀਸਕੋਪ ਦੇ ਵਿੱਚ ਜਿਵੇਂ ਆਹ ਹੋ ਗਿਆ ਫੋਕਸ, ਇਹ ਤਾਂ ਹੋ ਗਿਆ ਕਨਕੇਵ ਮਿਰਰ, ਓਬਜੈਕਟਿਵ ਲੈਂਸ। ਕਨਕੇਵ ਮਿਰਰ ਵਰਕਸ ਲਾਈਕ ਓਬਜੈਕਟਿਵ, ਹੈ ਨਾ। ਇਹ ਹੋ ਗਿਆ ਇਹਦਾ ਫੋਕਸ, ਹੈ ਨਾ। ਫੋਕਸ ਤੋਂ ਪਹਿਲਾਂ ਹੀ ਉਹਨੇ ਕੀ ਰੱਖਤਾ ਸੀ ਬੇਟਾ, ਪਲੇਨ ਮਿਰਰ, tilted at an angle of 45 degree, ठीक है। अच्छा, ऑब्जेक्ट लाइज एट इन्फिनिटी। ऑब्जेक्ट कितने लाई कर रही है बेटा, इन्फिनिटी। तो ऑब्जेक्ट तो किहड़ियां रेज आउणगियां, पैरेलल रेज। वो पैरेलल रेज आ वाला मिरर किधर नूं डाइवर्ट कर देगा, टूवर्ड्स द फोकस, एवें डाइवर्ट कर देगा टूवर्ड्स द फोकस, है ना। बट फोकस ते पहुँच नहीं पाएंगे, मिरर ते टकरा के उधर नूं डिफलैक्ट हो जाएगी। जिथे मीट करनगियां उत्थे की बन जाएगी, इमेज। इत्थे ही की पिया होएगा, आई पीस, कन्वैक्स लेंस। कन्वैक्स लेंस विच वर्क्स लाइक आई पीस, लाइक सिंपल माइक्रोस्कोप। सिंपल माइक्रोस्कोप की तरह बिहेव करते हुए वो इनू फर्दर मैगनीफाई कर देगा। मतलब ऑब्जैक्ट इन्फिनिटी ते है, उस तो किहड़ियां रेज आउणगियां, पैरेलल रेज किधर नूं चली गई बेटा, फोकस वाल नूं। फोकस तो पहला की पिया सी प्लेन मिरर ने उन्हां रेज नूं मोड़ के बाहर मीट करवाता, उत्थे बन गई इमेज। ये इमेज आई पीस वास्ते किस दा रोल प्ले करेगी, ऑब्जैक्ट दा, है ना। ऑब्जैक्ट दे फोकस दे अंदर लाई करेगी, सॉरी। ये इमेज आई पीस वास्ते किस दा रोल प्ले करेगी बेटा, ऑब्जैक्ट दा, ते इस दे फोकस दे अंदर लाई करेगी। ये सिंपल माइक्रोस्कोप की तरह बिहेव करता हुआ इनू मैगनीफाई कर देगा। सो दिस इज न्यूटोनियन टैलीस्कोप, ठीक है। इन्हां बेटा जिहड़े रिफ्लैक्टिंग टाइप टैलीस्कोप्स है, इन्हां दी मैगनीफाइंग पावर का फार्मूला एफ नोड बाय एफ ही हुंदा है। एफ नोड हो गया ऑब्जैक्टिव की फोकल लेंथ, है ना। तो ऑब्जैक्टिव की फोकल लेंथ ट्वाइस ऑफ इट्स रेडियस ऑफ करवेचर हुंदी है। ये तुसी मिरर्स वाले चैप्टर च आंदा बेटा, मिरर्स अपने सिलेबस चो कट्टिया गया ना, दैट्स वाई थोनू नहीं पता। ऑब्जैक्टिव जिहड़ा मिरर है ना, मिरर की जिहड़ी फोकल लेंथ हुंदी है, सॉरी मिरर की फोकल लेंथ द डबल रेडियस ऑफ करवेचर हुंदा बेटा। वेट अ मिनट, मिरर की जो फोकल लेंथ हुंदी है उस फोकल लेंथ का डबल रेडियस ऑफ करवेचर हुंदा है। सो जिहड़ी फोकल लेंथ हुई है ना, इत्थों जिहड़ी फोकल लेंथ आई वो रेडियस ऑफ करवेचर का हाफ आई। मतलब मैगनीफाइंग पावर का फार्मूला ये भी बन जाएगा। एंड एफ नोड की जगह तुसी R/2 भी यूज़ कर सकते हो। आई पीस का कन्वैक्स लेंस ही है ना, कन्वैक्स लेंस आई पीस का रोल तो कौन प्ले कर रहा है बेटा, कन्वैक्स लेंस। एफ ई इज फोकल लेंथ ऑफ आई पीस का रोल कौन प्ले कर रहा है, कन्वैक्स लेंस। तो यदी फोकल लेंथ एफ ई है ना, बट एफ ओ इज फोकल लेंथ ऑफ ऑब्जैक्टिव का रोल कौन प्ले कर रहा है,
ਮਿਰਰ ਦੀ ਫੋਕਲ ਲੈਂਥ ਐਫ ਨੋਟ ਹੈ ਨਾ, ਤੇ ਫੋਕਲ ਲੈਂਥ ਦਾ ਟਵਾਈਸ ਰੇਡੀਅਸ ਆਫ ਕਰਵੇਚਰ ਹੁੰਦਾ ਮਿਰਰਸ 'ਚ ਬੇਟਾ। ਮਿਰਰਸ ਦੇ ਵਿੱਚ ਫੋਕਲ ਲੈਂਥ ਦਾ ਟਵਾਈਸ ਰੇਡੀਅਸ ਆਫ ਕਰਵੇਚਰ ਦੇ ਇਕੁਅਲ ਹੁੰਦਾ। ਤਾਂ ਐਫ ਨੋਟ ਦੀ ਵੈਲਿਊ r/2 ਪੁੱਟ ਕਰਕੇ ਆਹ ਫਾਰਮੂਲਾ ਮਿਰਰਸ ਦੀ ਮੈਗਨੀਫਾਈਂਗ ਪਾਵਰ ਦਾ ਫਾਰਮੂਲਾ ਬਣ ਗਿਆ। ਆਪਾਂ ਨੇ ਕੋਈ ਡੈਰੀਵੇਸ਼ਨ ਨਹੀਂ ਕਰਨੀ ਇਸ ਦੀ, ਠੀਕ ਹੈ। ਇਹ ਤਾਂ 2 ਮਾਰਕਸ ਦੇ ਰੀਜ਼ਨਿੰਗ ਕੁਐਸਚਨ 'ਚ ਆਪਾਂ ਨੂੰ ਪੁੱਛਿਆ ਜਾ ਸਕਦਾ। ਦੈਟਸ ਵਾਈ ਮੈਂ ਤੁਹਾਨੂੰ ਦੱਸਦੇ ਬੇਟਾ ਕੈਸਗਰੇਨੀਅਨ ਟੈਲੀਸਕੋਪ ਐਂਡ ਨਿਊਟੋਨੀਅਨ ਟੈਲੀਸਕੋਪ। ਹੋਪ ਯੂ ਅੰਡਰਸਟੈਂਡ ਵੈਰੀ ਵੈਲ। ਥੈਂਕ ਯੂ ਵੈਰੀ ਮਚ।